ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਜਿੰਦਾ ਅਤੇ ਜਲਾਲੀ ਨਾਮ ਵਿੱਚ ਸਭਨਾਂ ਨੂੰ ਪ੍ਰਭੂ ਯਿਸੂ ਜੀ ਦੇ ਨਾਮ ਵਿੱਚ ਜੈ ਮਸੀਹ ਦੀ। ਪ੍ਰਭੂ ਯਿਸੂ ਜੀ ਦੇ ਬਚਨਾਂ ਵਿੱਚੋਂ ਅੱਜ ਅਸੀਂ ਸਿੱਖਾਂਗੇ ਕਿ ਵੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦੇਣ ਦੀ ਵਿਧੀ ਕਿਸ ਮਨੁੱਖ ਦਾ ਮਿਸ਼ਨ ਨੇ ਸ਼ੁਰੂ ਕੀਤੀ। ਸੋ ਸਾਡਾ ਅੱਜ ਦਾ ਮੇਨ ਟੌਪਿਕ ਹੋਵੇਗਾ ਕਿ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦੇਣ ਦੀ ਵਿਧੀ ਕਿਸ ਮਨੁੱਖ ਜਾਂ ਕਿਸ ਮਿਸ਼ਨ ਨੇ ਸ਼ੁਰੂ ਕੀਤੀ ਹੈ। ਸੋ ਆਓ ਅਸੀਂ ਅੱਗੇ ਵਧਦੇ ਹੋਏ ਪਵਿੱਤਰ ਬਾਈਬਲ ਵੱਲ ਚੱਲਦੇ ਹਾਂ। ਪ੍ਰਭੂ ਯਿਸੂ ਨੇ ਬਪਤਿਸਮਾ ਦੇਣ ਤੋਂ ਪਹਿਲਾਂ ਆਪਣੇ ਸਾਰੇ ਬਪਤਿਸਮਾ ਦੇ ਹੁਕਮ ਦੇਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਚੰਗੀ ਤਰ੍ਹਾਂ ਟ੍ਰੇਨ ਕੀਤਾ, ਸਿੱਖਿਆ ਦਿੱਤੀ ਕਿ ਬਪਤਿਸਮਾ ਕਿਵੇਂ ਦੇਣਾ ਚਾਹੀਦਾ ਹੈ। ਇਸ ਲਈ ਪ੍ਰਭੂ ਯਿਸੂ ਜੀ ਸਭ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਵਾਰਨਿੰਗ ਦਿੰਦੇ ਹਨ, ਆਖਦੇ ਹਨ ਮੱਤੀ 13:41-43 ਵਿੱਚ, ਯੁੱਗ ਦੇ ਅੰਤ ਦੇ ਸਮੇਂ ਮਨੁੱਖ ਦਾ ਪੁੱਤਰ ਪ੍ਰਭੂ ਯਿਸੂ ਜੀ ਆਪਣੇ ਦੂਤਾਂ ਨੂੰ ਘੱਲੇਗਾ ਅਤੇ ਉਹ ਦੂਤ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਅਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਚੀਚੀਆਂ ਦਾ ਵੱਟਣਾ ਹੋਵੇਗਾ। ਤਾਂ ਧਰਮੀ ਲੋਕ ਆਪਣੇ ਪਿਤਾ ਪ੍ਰਭੂ ਯਿਸੂ ਦੇ ਰਾਜ ਵਿੱਚ ਸੂਰਜ ਵਾਂਗੂ ਚਮਕਣਗੇ। ਪਰ ਕੌਣ? ਜਿਹੜੇ ਧਰਮੀ ਲੋਕ ਹੈ, ਕਿਉਂਕਿ ਪ੍ਰਭੂ ਯਿਸੂ ਜੀ ਨੇ ਪਹਿਲਾਂ ਦੱਸ ਦਿੱਤਾ ਹੈਗਾ ਕਿ ਜਿਹੜਾ ਹੈ ਕੋਈ ਵੀ ਠੋਕਰ ਖਾਣ ਵਾਲੀ ਚੀਜ਼ ਅਤੇ ਕੁਧਰਮੀ ਪਾਪੀ ਲੋਕ ਪ੍ਰਭੂ ਯਿਸੂ ਦੇ ਰਾਜ ਵਿੱਚ ਦਾਖਲ ਨਹੀਂ ਹੋਣਗੇ। ਇਹ ਉਹਨਾਂ ਚੇਲਿਆਂ ਨੂੰ ਵਾਰਨਿੰਗ ਦਿੱਤੀ ਅਤੇ ਫਿਰ ਅੱਗੇ ਪ੍ਰਭੂ ਯਿਸੂ ਮਸੀਹ ਜੀ ਆਪਣੀ ਚਰਚ ਬਣਾਉਣ ਦੇ ਬਾਰੇ ਗੱਲ ਮੱਤੀ 18:21 ਵਿੱਚ ਆਖਦੇ ਹਨ। ਇਸ ਨੂੰ ਅਸੀਂ ਪਵਿੱਤਰ ਬਾਈਬਲ ਵਿੱਚੋਂ ਪੜ੍ਹਾਂਗੇ ਕਿ ਪ੍ਰਭੂ ਯਿਸੂ ਜੀ ਆਪਣੇ ਚੇਲਿਆਂ ਨੂੰ ਆਖਦੇ ਹਨ। ਧਿਆਨ ਨਾਲ ਸੁਣੋ। 16 ਦੀ ਆਪਾਂ 18 ਤੋਂ ਪੜ੍ਹਾਂਗੇ। ਪ੍ਰਭੂ ਯਿਸੂ ਮਸੀਹ ਜੀ ਨੇ ਪਤਰਸ ਨੂੰ ਆਖਿਆ ਕਿ ਮੈਂ ਆਪਣੀ ਚਰਚ ਇਸ ਪੱਥਰ ਉੱਤੇ ਬਣਾਉਂਗਾ, ਜਾਂ ਕਲੀਸਿਆ ਨੂੰ, ਇਸ ਕਲੀਸਿਆ ਪੰਜਾਬੀ 'ਚ ਅੰਗਰੇਜ਼ੀ ਚਰਚ ਕਹਿੰਦੇ, ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਮੇਰੀ ਚਰਚ ਉੱਤੇ ਕੁਝ ਵਸ ਨਹੀਂ ਚੱਲੇਗਾ। ਪਤਰਸ ਨੂੰ ਆਖਿਆ ਕਿ ਮੈਨੂੰ ਸੁਰਗ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸੁਰਗ ਵਿੱਚ ਬੰਨਿਆ ਜਾਵੇਗਾ, ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸੁਰਗ ਵਿੱਚ ਖੋਲ੍ਹਿਆ ਜਾਵੇਗਾ। ਤਦ ਉਸਨੇ ਚੇਲਿਆਂ ਨੂੰ ਤਾਕੀਦ ਕੀਤੀ ਵੀ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ। ਠੀਕ ਹੈ ਜੀ। ਅੱਗੇ ਫਿਰ ਉਹਨਾਂ ਨੇ ਇਸ ਤੋਂ ਬਾਅਦ ਉਹਨਾਂ ਨੂੰ ਆਖਿਆ, ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਮੈਨੂੰ ਜ਼ਰੂਰ ਹੈ ਜੋ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ। ਇਸ ਲਈ ਧਿਆਨ ਰੱਖੋ, ਇਹ ਸ਼ਬਦ ਪ੍ਰਭੂ ਯਿਸੂ ਜੀ ਦੇ ਹਨ। ਫਿਰ ਉਹਨਾਂ ਨੇ ਅੱਗੇ ਆਖਿਆ ਕਿ ਮਨੁੱਖ ਨੂੰ ਕੀ ਲਾਭ, ਉਹ ਕਿੱਥੇ ਲਿਖਿਆ ਹੈ? ਮੱਤੀ 16:26 ਤੋਂ ਲਾ ਕੇ 28 ਤੱਕ ਪ੍ਰਭੂ ਯਿਸੂ ਜੀ ਆਖਦੇ ਹਨ, ਮਨੁੱਖ ਨੂੰ ਕੀ ਲਾਭ ਹੈ ਜੇ ਉਹ ਸਾਰੇ ਜਗਤ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ, ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? ਕਿਉਂ ਜੋ ਮਨੁੱਖ ਦਾ ਪੁੱਤਰ ਪ੍ਰਭੂ ਯਿਸੂ ਜੀ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ। ਉਹ ਪੁੱਤਰ ਦੇ ਇਕੱਲੇ ਤੇਜ ਨਾਲ ਨਹੀਂ, ਆਪਣੇ ਪਿਤਾ ਦੇ ਤੇਜ ਨਾਲ ਆਵੇਗਾ। ਉਸ ਸਮੇਂ ਉਹ ਹਰੇਕ ਨੂੰ ਉਸ ਦੀ ਕਰਨੀ ਮੁਜਬ ਫਲ ਦੇਵੇਗਾ। ਅੱਗੇ ਪ੍ਰਭੂ ਯਿਸੂ ਜੀ ਆਖਦੇ ਨੇ ਕਿ ਮੈਂ ਤੁਹਾਨੂੰ ਆਪਣੇ ਚੇਲਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਕਿ ਮੈਂ ਤੁਹਾਨੂੰ ਆਖਦਾ ਹਾਂ, ਜੋ ਕਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜੇ ਹਨ ਮੌਤ ਦਾ ਸਵਾਦ ਨਾ ਚੱਖਣਗੇ ਜਦ ਥੋੜ੍ਹੀ ਮਨੁੱਖ ਦੇ ਪੁੱਤਰ ਨੂੰ ਪ੍ਰਭੂ ਯਿਸੂ ਜੀ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ। ਫਿਰ ਇਸ ਤੋਂ ਅੱਗੇ ਪ੍ਰਭੂ ਯਿਸੂ ਜੀ ਲੂਕਾ 9:26 ਵਿੱਚ ਆਖਦੇ ਹਨ। ਧਿਆਨ ਨਾਲ ਦੇਖਣਾ ਜੀ, ਅਸੀਂ ਲੂਕਾ ਦੇ ਵਿੱਚੋਂ ਪੜ੍ਹਾਂਗੇ। ਲੂਕਾ 9:16 ਲਿਖਦੇ ਨੇ ਕਿ ਜੋ ਕੋਈ ਮੈਥੋਂ ਅਤੇ ਮੇਰੇ ਬਚਨਾਂ ਤੋਂ ਸ਼ਰਮਾਏਗਾ, ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ। ਯਿਸੂ ਮਸੀਹ ਵੀ ਉਸ ਤੋਂ ਸ਼ਰਮਾਵੇਗਾ ਜਿਸ ਵੇਲੇ ਉਹ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੇ ਤੇਜ ਨਾਲ ਆਵੇਗਾ। ਧਿਆਨ ਰੱਖਣਾ ਜੀ। ਓਕੇ, ਉਹਨਾਂ ਪ੍ਰਭੂ ਯਿਸੂ ਜੀ ਨੇ ਹੁਣ ਸਿਰਫ ਪੁੱਤਰ ਦੇ ਤੇਜ ਨਾਲ ਹੀ ਨਹੀਂ ਆਉਣਾ ਸਾਨੂੰ ਲੈਣ। ਉਹਨਾਂ ਦੇ ਤੇਜ ਕੀ ਹੈ? ਉਹ ਆਪਣੇ ਤੇਜ ਵਿੱਚ ਪਿਤਾ ਦੇ ਤੇਜ ਅਤੇ ਪਵਿੱਤਰ ਦੂਤਾਂ ਦੇ ਤੇਜ ਨਾਲ ਆਵੇਗਾ।
ਅੱਗੇ ਫਿਰ ਸਾਨੂੰ ਵਾਰਨਿੰਗ ਦਿੰਦੇ ਹਨ, ਲਿਖਦੇ ਹਨ ਲੂਕਾ 12 ਤੋਂ 8 ਦੇ 10 ਵਿੱਚ ਆਖਦੇ ਹਨ, ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ। ਇਸ ਤੋਂ ਪਹਿਲਾਂ ਆਪਾਂ ਪੜ੍ਹਦੇ ਹੈਗਾ, ਥੋੜ੍ਹਾ ਮੈਂ ਚਾਹੁੰਦਾ ਹੈਗਾ ਕਿ ਹੋਰ ਡਿਟੇਲ ਨਾਲ ਤੁਹਾਨੂੰ ਦੱਸਿਆ ਜਾਵੇ। ਇਹ ਹੈ ਜੀ 12 ਦੀ 8 ਤੋਂ ਆਪਾਂ ਹੁਣ ਜਿਹੜਾ ਹੈਗਾ 12 ਤੱਕ ਪੜ੍ਹਾਂਗੇ। 12 ਦੀ 8 ਤੋਂ 12 ਤੱਕ ਕਿੱਥੋਂ ਪੜ੍ਹਾਂਗੇ? ਲੂਕਾ ਦੀ ਅੰਜੀਲ ਵਿੱਚੋਂ ਪੜ੍ਹਾਂਗੇ। ਪ੍ਰਭੂ ਯਿਸੂ ਜੀ ਆਪਣੇ ਵਚਨਾਂ ਵਿੱਚ ਆਖਦੇ ਹਨ ਕਿ ਜੋ ਆਖਦੇ ਹਨ, ਆਪਣੇ ਚੇਲਿਆਂ ਨੂੰ ਆਖਦੇ, ਖਾਸ ਕਰਕੇ ਗੱਲ ਲਿਖਦੇ ਨੇ, ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇ, ਮਨੁੱਖ ਦਾ ਪੁੱਤਰ ਵੀ ਮੀਨ ਪ੍ਰਭੂ ਯਿਸੂ ਦਾ ਇਕਰਾਰ ਕਰੇ। ਮਨੁੱਖ ਦਾ ਪੁੱਤਰ ਮੀਨ ਪ੍ਰਭੂ ਯਿਸੂ ਵੀ ਪਰਮੇਸ਼ਰ ਦੇ ਦੂਤਾਂ ਦੇ ਅੱਗੇ ਉਸ ਦਾ ਇਕਰਾਰ ਕਰੇਗਾ। ਪਰ ਜੋ ਕੋਈ ਮਨੁੱਖ ਦੇ ਪੁੱਤਰ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇ, ਪਰਮੇਸ਼ਰ ਦੇ ਦੂਤਾਂ ਦੇ ਅੱਗੇ ਉਹਦਾ ਇਨਕਾਰ ਕੀਤਾ ਜਾਵੇਗਾ। ਅੱਗੇ ਫਿਰ ਵਾਰਨਿੰਗ ਦਿੰਦੇ ਨੇ ਬੜੇ ਜਾ ਕੇ, ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ ਕੀਤਾ ਜਾਵੇਗਾ। ਮੀਨ ਪ੍ਰਭੂ ਯਿਸੂ ਦੇ ਮਨੁੱਖ ਸਮਝਣ ਨਾਲ ਗੱਲ ਕਰੇ ਤਾਂ ਮਾਫ ਕੀਤਾ ਜਾਵੇਗਾ। ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ, ਮੀਨ ਯਿਸੂ ਮਸੀਹ, ਕਿਉਂਕਿ ਪਵਿੱਤਰ ਆਤਮਾ ਹੈ, ਉਹ ਆਤਮਾ ਹੈ, ਪਰਮੇਸ਼ਰ ਆਤਮਾ ਹੈ, ਜਿਵੇਂ ਲਿਖਿਆ ਹੈ ਉਹਨਾਂ ਵਿੱਚ। ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬਕੇ ਉਹਨੂੰ ਮਾਫ ਨਾ ਕੀਤਾ ਜਾਵੇਗਾ। ਹੁਣ ਆਪਾਂ ਅੱਗੇ ਚੱਲਦੇ ਹਾਂ। ਇੱਥੋਂ ਤੱਕ ਪੂਰੀ ਟ੍ਰੇਨਿੰਗ ਦੇ ਕੇ ਪ੍ਰਭੂ ਯਿਸੂ ਜੀ ਨੇ ਫਿਰ ਉਹਨਾਂ ਨੂੰ ਕਿਹਾ, ਨਿਕੋਦੀਮਸ ਨੂੰ ਪਹਿਲਾਂ ਇਹ ਗੱਲ ਕਹੀ। ਰਾਤ ਜਿਹੜਾ ਯਹੂਨਾ 3 ਦੀ 1 ਤੋਂ 11 ਵਿੱਚ ਫਿਰ 13 ਵਿੱਚ ਆਖਿਆ ਕਿ ਜੋ ਕੋਈ ਜਿਹੜਾ ਹੈ ਜਿਹੜਾ ਕੋਈ ਨਵੇਂ ਸਿਰੋਂ ਪੈਦਾ ਨਾ ਹੋਵੇ, ਉਹ ਮਨੁੱਖ ਦੇ ਰਾਜ ਨੂੰ ਵੇਖ ਨਹੀਂ ਸਕਦਾ। ਫਿਰ ਅੱਗੇ ਜਿਹੜਾ ਹੈ 5 ਵਿੱਚ ਆਖਦੇ ਨੇ ਕਿ ਜੋ ਕੋਈ ਜਿਹੜਾ ਜਲ ਅਤੇ ਆਤਮਾ ਤੋਂ ਪੈਦਾ ਨਾ ਹੋਵੇ, ਉਹ ਪਰਮੇਸ਼ਰ ਯਿਸੂ ਜੀ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ ਹੈ। ਠੀਕ ਹੈ ਜੀ, ਧਿਆਨ ਨਾਲ ਦੇਖਣਾ। ਤੇ ਮੈਂ ਤੁਹਾਨੂੰ ਹੁਣ ਉਹ ਨਿਕੋਦੀਮਸ ਨੂੰ ਕਹਿੰਦਾ ਕਿ ਮੈਂ ਤੈਨੂੰ ਨਿਕੋਦੀਮਸ ਇਹਨਾਂ ਗੱਲਾਂ ਨੂੰ ਨਹੀਂ ਸਮਝਦਾ। ਤੇ ਫਿਰ ਉਹ ਪ੍ਰਭੂ ਯਿਸੂ ਨੂੰ ਪੁੱਛਦਾ ਹੈ ਕਿ ਇਹ ਗੱਲਾਂ ਕਿਵੇਂ ਹੋ ਸਕਦੀਆਂ ਹਨ। ਤਾਂ ਪ੍ਰਭੂ ਯਿਸੂ ਜੀ ਨੇ ਨਿਕੋਦੀਮਸ ਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ, ਜਿਹੜੀ ਗੱਲ ਅਸੀਂ ਮੀਨ ਐਲੋਹਿਮ ਪਰਮੇਸ਼ਰ ਪ੍ਰਭੂ ਯਿਸੂ ਜੀ ਪਹਿਲੋਂ ਹੈ ਇਕੱਲੇ, ਪਰ ਬੋਲਦੇ ਆਪਣੇ ਆਪ ਨੂੰ ਅਸੀਂ, ਕਿਉਂਕਿ ਸਾਰੀ ਭਰਪੂਰੀ ਯਿਸੂ ਮਸੀਹ ਵਿੱਚ ਦੇਹਧਾਰੀ ਹੋ ਕੇ ਵਸਦੀ ਹੈ। ਇਸ ਲਈ ਉਹ ਆਖਦੇ ਹਨ ਕਿ ਜਿਹੜੀ ਗੱਲ ਅਸੀਂ ਪ੍ਰਭੂ ਯਿਸੂ ਜੀ, ਮੈਂ ਤੈਨੂੰ ਨਿਕੋਦੀਮਸ ਨੂੰ ਆਖਦਾ, ਮੈਂ ਤੈਨੂੰ ਸੱਚ ਆਖਦਾ, ਜਿਹੜੀ ਗੱਲ ਅਸੀਂ ਜਾਣਦੇ ਹਾਂ ਸੋ ਹੀ ਕਹਿੰਦੇ ਹਾਂ। ਜੋ ਕੁਝ ਅਸੀਂ ਵੇਖਿਆ ਉਸੇ ਦੀ ਸਾਖੀ ਦਿੰਦੇ ਹਾਂ ਅਤੇ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ। ਸਵਰਗ ਨੂੰ ਫਿਰ ਉਹ ਆਖਦੇ ਨੇ ਕਿ ਜੇ ਮੈਂ ਤੁਹਾਨੂੰ ਧਰਤੀ ਦੀਆਂ ਗੱਲਾਂ ਦੱਸੀਆਂ ਤਾਂ ਤੁਸੀਂ ਨਹੀਂ ਮੰਨਦੇ, ਪਰ ਜੇ ਮੈਂ ਤੁਹਾਨੂੰ ਸਵਰਗ ਦੀਆਂ ਗੱਲਾਂ ਦੱਸਾਂ ਕਿਵੇਂ ਮੰਨੋਗੇ? ਫਿਰ ਆਖਦੇ ਨੇ ਸਵਰਗ ਨੂੰ ਕੋਈ ਨਹੀਂ ਚੜਿਆ, ਪਰ ਉਹ ਕੌਣ? ਜਿਹੜਾ ਸਵਰਗ ਤੋਂ ਉਤਰਿਆ, ਅਰਥਾਤ ਮਨੁੱਖ ਦਾ ਪੁੱਤਰ ਜਿਹੜਾ ਸਵਰਗ ਵਿੱਚ ਹੈ। ਪ੍ਰਭੂ ਯਿਸੂ ਜੀ ਦੱਸਦੇ ਨੇ ਕਿ ਮੈਂ ਸਵਰਗ ਤੋਂ ਉਤਰਿਆ ਤੇ ਮੈਂ ਇਕੱਲਾ ਸਵਰਗ ਖਾਲੀ ਨਹੀਂ ਹੈ, ਮੈਂ ਸਵਰਗ ਵਿੱਚ ਵੀ ਹਾਂ ਤੇ ਧਰਤੀ ਉੱਤੇ ਵੀ ਹਾਂ। ਇਸ ਲਈ ਪ੍ਰਭੂ ਯਿਸੂ ਜੀ ਫਿਰ ਇਸ ਗੱਲ ਨੂੰ ਯਾਦ ਦਿਲਾਉਂਦੇ ਨੇ ਸਾਨੂੰ ਕਿ ਤੁਸੀਂ ਜਿਹੜੇ ਲੋਕੋ ਪਵਿੱਤਰ ਕੀ ਹੈ, ਪਰਮੇਸ਼ਰ ਕੀ ਹੈ? ਆਤਮਾ ਹੈ। ਪਰਮੇਸ਼ਰ ਕੀ ਹੈ? ਜੇ ਅਸੀਂ 4 ਦੀ 24 ਪੜ੍ਹੀਏ, ਉੱਥੇ ਕਹਿੰਦੇ ਨੇ ਪਰਮੇਸ਼ਰ ਆਤਮਾ ਹੈ, ਮੀਨ ਪ੍ਰਭੂ ਯਿਸੂ ਜੀ ਆਤਮਾ ਹੈ। ਜਿਵੇਂ ਅਸੀਂ ਪਹਿਲਾ ਕੁਰਿੰਥੀਆਂ 15 ਦੀ 45 ਤੇ 47 ਚ ਪੜ੍ਹਦੇ ਹਾਂ, ਲਿਖਿਆ ਹੈ ਕਿ ਪਹਿਲਾ ਮਨੁੱਖ ਜਿਹੜਾ ਹੈ ਆਦਮ ਜਿਉਂਦੀ ਜਾਨ ਹੋਇਆ, ਅਤੇ ਛੇਕਲਾ ਮਨੁੱਖ ਜਿਹੜਾ ਪ੍ਰਭੂ ਯਿਸੂ ਮਸੀਹ ਹੈ, ਮਸੀਹ ਪ੍ਰਭੂ ਜਿਹੜਾ ਉਹ ਆਤਮਾ ਹੋਇਆ, ਜੀਵਨ ਦਾ ਤਾਂ ਆਤਮਾ ਹੋਇਆ। ਪਹਿਲਾ ਮਨੁੱਖ ਇਸ ਸੰਸਾਰ ਤੋਂ ਹੈ, ਪਰ ਦੂਸਰਾ ਮਨੁੱਖ ਯਿਸੂ ਮਸੀਹ ਜੀ ਜਿਹੜਾ ਸਰਗ ਤੋਂ ਹੈ। ਇਹ ਧਿਆਨ ਰੱਖਣਾ ਜੀ। ਫਿਰ ਪ੍ਰਭੂ ਯਿਸੂ ਜੀ ਆਖਦੇ ਹਨ ਕਿ ਪਰਮੇਸ਼ਰ ਆਤਮਾ ਹੈ, ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਤਮਾ ਤੇ ਸੱਚਾਈ ਨਾਲ ਭਗਤੀ ਕਰਨ। ਤਦ ਜਿਹੜੀ ਸਾਮਰੀ ਔਰਤ ਹੈ ਉਸਨੇ ਪ੍ਰਭੂ ਯਿਸੂ ਨੂੰ ਆਖਿਆ, ਕੀ ਆਖਦੀ ਹੈ? ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ
ਜਿਹਨੂੰ ਕ੍ਰਿਸਟਸ ਸੱਦੀਦਾ ਹੈ ਕਰਕੇ ਸੱਦੀਦਾ ਹੈ, ਜਾਂ ਉਹ ਆਊਗਾ ਤਾਂ ਸਾਨੂੰ ਸਭ ਕੁਝ ਦੱਸੂ। ਯਿਸੂ ਨੇ ਉਸਨੂੰ ਆਖਿਆ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੋ ਹੀ ਹਾਂ ਜਿਹੜਾ ਆਉਣ ਵਾਲਾ ਹਾਂ, ਮੈਂ ਆ ਗਿਆ ਹਾਂ। ਇਸ ਲਈ ਧਿਆਨ ਰੱਖੋ, ਪ੍ਰਭੂ ਯਿਸੂ ਜੀ ਨੇ ਇਹ ਸਾਰੀਆਂ ਜਦੋਂ ਕਿਹਾ ਹੈ ਕਿ ਮੈਂ ਆਪਣੀ ਚੱਚ ਜਿਹੜੀ ਇਸ ਪੱਥਰ ਉੱਤੇ ਬਣਾਵਾਂਗਾ, ਅਤੇ ਜਿਸ ਦੇ ਉੱਤੇ ਜਾਂ ਮੇਰੀ ਚੱਚ ਦੇ ਉੱਤੇ ਫਿਰ ਪਤਾਲ ਦੇ ਫਾਟਕਾਂ ਦਾ ਕੋਈ ਵਸ ਨਹੀਂ ਚੱਲੇਗਾ। ਸੋ ਸਾਰੀ ਟ੍ਰੇਨਿੰਗ ਦੇ ਕੇ ਪ੍ਰਭੂ ਯਿਸੂ ਜੀ ਇਹ ਵੀ ਆਖਦੇ ਹਨ ਆਪਣੇ ਬੇਪਤੀਤੇ ਲੋਕਾਂ ਨੂੰ ਕਿ ਯਹੂਨਾ 5:39-47 ਵਿੱਚ ਆਖਦੇ ਹਨ ਕਿ ਬੇਪਤੀ ਨੂੰ ਆਖਦੇ ਕਿ ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਕਿ ਇਹਨਾਂ ਲਿਖਤਾਂ ਵਿੱਚ ਸਾਨੂੰ ਸਰੀਰਕ ਜੀਵਨ ਮਿਲਦਾ ਹੈ, ਪਰ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਉਹੋ ਹੀ ਹਨ। ਜੇ ਤੁਸੀਂ ਮੂਸਾ ਦੀ ਪ੍ਰਤੀਤ ਕਰਦੇ ਤਾਂ ਮੇਰੀ ਵੀ ਪ੍ਰਤੀਤ ਕਰਦੇ, ਕਿਉਂਕਿ ਮੂਸਾ ਨੇ ਮੇਰੇ ਹੀ ਹੱਕ ਵਿੱਚ ਲਿਖਿਆ ਸੀ। ਯਾਦ ਰੱਖਣਾ ਜੀ, ਮੂਸਾ ਨੇ ਮੇਰੇ ਹੀ ਹੱਕ ਵਿੱਚ ਲਿਖਿਆ ਸੀ। ਇਸ ਲਈ ਇਹ ਜਿਹੜੀ ਸਾਰੇ ਪਵਿੱਤਰ ਬਾਈਬਲ ਦੇ ਬਚਨ ਹੈ, ਜਿਹੜੇ ਮੂਸਾ ਦੀ ਤਰੀਤ ਤੋਂ ਸ਼ੁਰੂ ਕਰਕੇ ਫਿਰ ਅਸੀਂ ਆਉਂਦੇ ਹਾਂ ਜ਼ਬੂਰਾਂ ਵਿੱਚ, ਜ਼ਬੂਰਾਂ ਤੋਂ ਬਾਅਦ ਅਸੀਂ ਨਬੀਆਂ ਦੀਆਂ ਪੁਸਤਕਾਂ ਵਿੱਚ ਆਉਂਦੇ ਹਾਂ, ਅਤੇ ਇਹ ਸਭ ਕੁਛ ਬਚਨ ਜੋ ਪ੍ਰਭੂ ਯਿਸੂ ਦੇ ਹੈ ਪਵਿੱਤਰ ਬਾਈਬਲ ਦੇ ਵਿੱਚ ਪੁਰਾਣੇ ਨੇਮ ਤੋਂ ਲਾ ਕੇ ਆਖਰ ਦੇ ਪ੍ਰਕਾਸ਼ ਦੀ ਪੋਥੀ ਤੱਕ ਸਾਰੇ ਦੇ ਸਾਰੇ ਬਚਨ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਨਬੀਆਂ ਅਤੇ ਰਸੂਲਾਂ ਨੇ ਲਿਖੇ ਹੋਏ ਹਨ। ਕਿਉਂਕਿ ਜੇ ਅਸੀਂ ਪਤਰਸ ਦੀ ਅਗਵਾਈ ਪੜ੍ਹੀਏ, ਪਤਰਸ ਪਹਿਲਾ ਉਹਦੀ ਜਿਹੜੀ ਹੈ 10 ਆਇਤ ਤੋਂ ਪੜ੍ਹੀਏ ਕਿ ਇਹ ਮੁਕਤੀ ਜਿਹੜੀ ਪ੍ਰਭੂ ਯਿਸੂ ਜੀ ਲੈ ਕੇ ਆਇਆ, ਇਹ ਮੁਕਤੀ ਜਿਹੜੀ ਹੈ ਇਸੇ ਮੁਕਤੀ ਦੇ ਵਿਖੇ ਜੋ ਸਾਡੇ ਉੱਤੇ ਜਿਹੜੀ ਕਿਰਪਾ ਸਾਡੇ ਉੱਤੇ ਹੋਣ ਵਾਲੀ ਸੀ। ਜਿਨ੍ਹਾਂ ਨਬੀਆਂ ਨੇ ਇਸ ਦੀ ਗਵਾਹੀ ਦਿੱਤੀ ਆ, ਉਹਨਾਂ ਵਿੱਚ ਮਸੀਹ ਪ੍ਰਭੂ ਦਾ ਆਤਮਾ ਸੀ। ਕਿਹਦਾ ਆਤਮਾ ਸੀ ਜੀ? ਕਿਹਦੇ ਆਤਮਾ ਨਾਲ ਪੁਸਤਕ? ਇਸੇ ਲਈ ਜੋ ਆਪਣੇ ਪੌਲਸ ਲਿਖਦਾ ਕਿ ਸਾਰੀ ਬਾਣੀ ਪਰਮੇਸ਼ਰ ਤੇ ਆਤਮਾ ਤੋਂ ਹੈ, ਜੋ ਸਾਨੂੰ ਸਿੱਖਿਆ ਦਿੰਦੀ ਹੈ, ਸਾਡਾ ਸੁਧਾਰ ਕਰਦੀ ਹੈ, ਅਤੇ ਇਹ ਬਾਣੀ ਜਿਹੜੀ ਹੈ ਇਹ ਸਾਡੇ ਸੁਧਾਰਨ ਲਈ ਹੈ, ਤਾਂ ਜੋ ਪਰਮੇਸ਼ਰ ਦਾ ਬੰਦਾ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਇਸ ਲਈ ਯਾਦ ਰੱਖੋ, ਇਹ ਸਾਰੀ ਦੀ ਸਾਰੀ ਬਾਣੀ, ਸਾਰੇ ਨਬੀ ਅਤੇ ਜੋ ਮੂਸਾ ਹੈ ਉਸ ਨੇ ਇਸ ਅਤੇ ਰਸੂਲਾਂ ਨੇ ਪ੍ਰਭੂ ਯਿਸੂ ਦੇ ਬਾਰੇ ਵਿੱਚ ਹੀ ਲਿਖਿਆ ਹੈ। ਹੁਣ ਪ੍ਰਭੂ ਯਿਸੂ ਮਸੀਹ ਜੀ ਨੇ ਪਹਿਲਾਂ ਆਖਿਆ ਸੀ, ਜਿਵੇਂ ਅਸੀਂ ਮੱਤੀ ਵਿੱਚ ਪੜ੍ਹਿਆ ਹੈ ਕਿ ਮੈਂ ਜਿਹੜਾ ਹੈ ਯਰੂਸ਼ਲਮ ਜਾਵਾਂਗਾ ਅਤੇ ਗ੍ਰੰਥੀਆਂ ਪ੍ਰਧਾਨ ਜਾਤਕਾਂ ਦੇ ਹੱਥੀਂ ਫੜਾਇਆ ਜਾਵਾਂਗਾ, ਉਹ ਮੈਨੂੰ ਮਾਰ ਦੇਣਗੇ ਅਤੇ ਮੈਂ ਫਿਰ ਤੀਏ ਦਿਨ ਜੀ ਉੱਠਾਂਗਾ। ਇਸੇ ਤਰ੍ਹਾਂ ਹੀ ਫਿਰ ਲੂਕਾ 18:31-34 ਵਿੱਚ ਲਿਖਿਆ ਸੇਮ ਹੀ ਗੱਲ ਹੈ ਕਿ ਜੋ ਕੁਝ ਨਬੀਆਂ ਨੇ ਮੇਰੇ ਬਾਰੇ ਵਿੱਚ ਲਿਖਿਆ ਹੈ, ਧਿਆਨ ਨਾਲ ਵੇਖਣਾ ਜੀ ਸਰ, ਇਹ ਲੂਕਾ 18 ਚੈਪਟਰ ਅਸੀਂ ਪੜ੍ਹਨ ਜਾ ਰਹੇ ਹਾਂ 31 ਤੋਂ ਲਿਖਿਆ ਕਿ ਉਸ ਨੇ 12 ਚੇਲਿਆਂ ਨੂੰ ਲੈ ਕੇ ਉਹਨਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਸਭ ਕੁਝ ਜੋ ਨਬੀਆਂ ਦੇ ਰਾਹੀਂ ਲਿਖਿਆ ਹੋਇਆ ਹੈ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਪੂਰਾ ਕੀਤਾ ਜਾਵੇਗਾ, ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ। ਉਹ ਉਸ ਦੇ ਉੱਤੇ ਠੱਠਾ ਮਾਰਨਗੇ ਅਤੇ ਉਹਦੀ ਪੱਤ ਲਾਈ ਜਾਵੇਗੀ ਅਤੇ ਉਸ ਪਰ ਠੁੱਕਿਆ ਜਾਵੇਗਾ। ਉਹਨੂੰ ਕੋੜੇ ਮਾਰੇ ਜਾਣਗੇ, ਨਾਲੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਏ ਦਿਨ ਜੀ ਉੱਠੇਗਾ। ਪ੍ਰਭੂ ਯਿਸੂ ਨੇ ਇਹ ਗੱਲਾਂ ਉਹਨਾਂ ਨੂੰ ਦੱਸੀਆਂ, ਪਰ ਉਹਨਾਂ ਨੇ ਨਾ ਸਮਝਿਆ। 34 'ਚ ਲਿਖਿਆ, ਉਹਨਾਂ ਨੇ ਇਹਨਾਂ ਗੱਲਾਂ ਵਿੱਚੋਂ ਕੁਝ ਨਾ ਸਮਝਿਆ ਅਤੇ ਇਹ ਗੱਲ ਉਹਨਾਂ ਤੋਂ ਗੁਪਤ ਰਹੀ ਅਤੇ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਸਨ ਉਹ ਨਾ ਜਾਣੀਆਂ। ਫਿਰ ਜੇ ਅਸੀਂ ਹੁਣ ਚੱਲਦੇ ਹਾਂ ਕਿ ਇਹ ਸਾਰਾ ਕੁਝ ਪ੍ਰਭੂ ਯਿਸੂ ਦੇ ਹੱਕ ਵਿੱਚ ਲਿਖਿਆ ਸੀ। ਇਹ ਪ੍ਰਭੂ ਯਿਸੂ ਜੀ ਜਿਹੜੇ ਹੈ ਉਹ ਉਹਨਾਂ ਨੇ ਸਲੀਬ ਉੱਤੇ ਆਪਣਾ ਪਵਿੱਤਰ ਖੂਨ ਦੀ ਕੁਰਬਾਨੀ ਦੇ ਕੇ ਪੂਰਾ ਕੀਤਾ ਔਰ ਫਿਰ ਤੀਏ ਦਿਨ ਜੀ ਉੱਠ ਕੇ ਇਸ ਗੱਲ ਨੂੰ ਸਾਬਤ ਕੀਤਾ ਕਿ ਸੱਚਮੁੱਚ ਪ੍ਰਭੂ ਯਿਸੂ ਜੀ ਸੱਚੇ ਅਤੇ ਜਿਉਂਦਾ ਪਰਮੇਸ਼ਰ ਹਨ। ਇਸ ਦੀ ਆਪਾਂ ਥੋੜ੍ਹਾ ਬਾਈਬਲ ਵਿੱਚੋਂ
ਪੜ੍ਹਾਂਗੇ ਤਾਂ ਜੋ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਏ ਕਿ ਸੱਚਮੁੱਚ ਬਾਈਬਲ ਦੇ ਅਨੁਸਾਰ ਇਹ ਬਚਨ ਲਿਖਿਆ ਗਿਆ ਹੈ। ਇਸ ਲਈ ਆਓ ਅਸੀਂ ਇਸ ਬਚਨ ਨੂੰ ਜਿਹੜਾ ਹੈ ਮੱਤੀ 26 ਦੀ 14-15 ਅਤੇ 27 ਦੀ 1-10 ਵਿੱਚ ਇਹ ਬਚਨ ਲਿਖਿਆ ਪੜ੍ਹਾਂਗੇ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ 12 ਚੇਲਿਆਂ ਵਿੱਚੋਂ ਇੱਕ ਚੇਲਾ ਜਿਹਦਾ ਨਾਮ ਯਹੂਦਾ ਇਸਕਰਿਓਤੀ ਸੀ ਨੇ ਯਹੂਦੀਆਂ ਨੂੰ ਜਾ ਕੇ ਆਖਿਆ ਕਿ ਜੇ ਮੈਂ ਯਿਸੂ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਾਂ ਉਹਨਾਂ ਨੇ ਉਹ ਯਹੂਦਾ ਨੂੰ ਤੋਲ ਕੇ 30 ਰੁਪਈਏ ਦਿੱਤੇ। ਤਾਦ ਜਕਰਜਾ 11 ਦੀ 12 ਵਿੱਚ ਲਿਖਿਆ ਗਾਮ-ਬਾਗ ਪੂਰਾ ਹੋਇਆ। ਮੈਂ ਉਹਨਾਂ ਨੂੰ ਆਖਿਆ, ਕੌਣ ਕਹਿ ਰਿਹਾ? ਯਹੂਦਾ ਇਸਕਰਿਓਤੀ। ਮੈਂ ਉਹਨਾਂ ਨੂੰ ਆਖਿਆ ਕਿ ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੈ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ ਨਾ ਸਹੀ। ਉਹਨਾਂ ਨੇ ਤੋਲ ਕੇ 30 ਰੁਪਈਏ ਮੇਰੀ ਮਜ਼ਦੂਰੀ ਮੈਨੂੰ ਦਿੱਤੇ। ਤਦ ਯਹੂਦਾ ਨੇ 50 ਉੱਤੇ ਪਤੀਲੀ ਰੋਟੀ ਦੇ ਦਿਨ ਦੇ ਪਹਿਲੇ ਦਿਨ ਜਾਣੀ ਕਿ ਵੀਰਵਾਰ ਨੂੰ ਜਿਹੜਾ ਹੈ ਯਿਸੂ ਨੂੰ ਉਹਨਾਂ ਦੇ ਹੱਥ ਫੜਵਾ ਦਿੱਤਾ। ਅਤੇ ਜਾਂ ਸ਼ੁੱਕਰਵਾਰ ਦੀ ਸਵੇਰ ਫਿਰ 27 ਪੜ੍ਹਦੇ ਜੀ ਕਿ ਮੱਤੀ 27 ਦੀ 1-10 ਅਤੇ ਜਾਂ ਸ਼ੁੱਕਰਵਾਰ ਦੀ ਸਵੇਰ ਹੋਈ ਤਾਂ ਸਾਰੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਜੋ ਉਹਨੂੰ ਜਾਨੋਂ ਮਾਰ ਸੁੱਟਣ। ਇਸ ਲਈ ਯਿਸੂ ਨੂੰ ਬੰਨ੍ਹ ਕੇ ਲੈ ਗਏ ਅਤੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ। ਤਦ ਯਹੂਦਾ ਜਿਹਨੇ ਯਿਸੂ ਨੂੰ ਫੜਵਾਇਆ ਸੀ ਇਹ ਵੇਖ ਕੇ ਜੋ ਉਸ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ ਪਛਤਾਇਆ ਅਤੇ 30 ਰੁਪਈਏ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਕੋਲ ਮੋੜ ਲਿਆਇਆ ਅਤੇ ਬੋਲਿਆ, ਮੈਂ ਪਾਪ ਕੀਤਾ ਜੋ ਨਿਰਦੇਸ਼ ਦੇਣ ਨੂੰ ਫੜਵਾ ਦਿੱਤਾ। ਪਰ ਉਹ ਬੋਲੇ, ਸਾਨੂੰ ਕੀ, ਤੂੰ ਜਾਣ। ਅਤੇ ਯਹੂਦਾ ਇਸਕਰਿਓਤੀ ਉਹਨਾਂ ਰੁਪਈਆਂ ਨੂੰ ਹੈਕਲ ਵਿੱਚ ਸੁੱਟ ਕੇ ਚਲੇ ਗਿਆ ਅਤੇ ਆਪੇ ਜਾ ਕੇ ਫਾਹਾ ਲੈ ਲਿਆ। ਤਾਂ ਪ੍ਰਧਾਨ ਜਾਜਕਾਂ ਨੇ ਉਹਨਾਂ ਰੁਪਈਆਂ ਲੈ ਕੇ ਆਖਿਆ, ਜੋ ਇਹਨਾਂ ਨੂੰ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ, ਕਿਉਂਕਿ ਲਹੂ ਦਾ ਮੁੱਲ ਹੈ। ਤਾਂ ਉਹਨਾਂ ਨੇ ਉਹ ਰੁਪਈਏ ਲਏ, ਅਰਥਾਤ ਯਹੋਵਾ ਪਰਮੇਸ਼ਰ ਜਾਂ ਮਸੀਹ ਯਾਨੀ ਕਿ ਮਸੀਹ ਪ੍ਰਭੂ ਦਾ ਜਿਹੜਾ ਹੈ ਯਹੋਵਾ ਸੀ ਪਹਿਲਾਂ ਔਰ ਫਿਰ ਯਹੋਵਾ ਮਸੀਹ ਦੇਹਧਾਰੀ ਹੋਇਆ ਤਾਂ ਜੋ ਮਨੁੱਖਾਂ ਦੀ ਪਾਪਾਂ ਦੀ ਕੁਰਬਾਨੀ ਸਾਰੇ ਸੰਸਾਰ ਦੀ ਭਰ ਸਕੇ। ਅਤੇ ਉਸ ਨੇ ਭਰਿਆ ਅਤੇ ਉਸ ਯਹੋਵਾ ਦਾ ਮੁੱਲ ਜਾਂ ਯਿਸੂ ਦਾ ਮੁੱਲ ਜਿਹਦਾ ਇਸ ਸਾਲ ਦੇ ਵੰਸ਼ ਵਿੱਚੋਂ ਕਿਹਨਾਂ ਨੇ ਉਠਾਇਆ ਮਤਾ ਕਰਕੇ ਉਹਨਾਂ 30 ਰੁਪਈਆਂ ਨੂੰ ਘੁਮਿਆਰ ਦੇ ਖੇਤ ਦੇ ਬੱਲੇ ਦਿੱਤਾ, ਜਿਹੜਾ ਉਹਨਾਂ ਨੇ ਪਰਦੇਸੀਆਂ ਦੇ ਦੱਬਣ ਲਈ ਮੁੱਲ ਲਿਆ। ਤਦ ਜਕਰਜਾ 11 ਦੀ 13 ਵਿੱਚ ਲਿਖਿਆ ਗਾਮ-ਬਾਗ ਪੂਰਾ ਹੋਇਆ ਕਿ ਯਹੋਵਾ ਨੇ ਮੈਨੂੰ ਆਖਿਆ ਕਿ ਇਹਨਾਂ ਰੁਪਈਆਂ ਨੂੰ ਘੁਮਿਆਰ ਦੇ ਅੱਗੇ ਸੁੱਟ ਦੇ, ਅਰਥਾਤ ਉਸ ਵੱਡੇ ਮੁੱਲ ਨੂੰ ਜਿਹੜਾ ਉਹਨਾਂ ਦੀ ਵੱਲੋਂ ਮੇਰਾ ਮੀਨ ਯਹੋਵਾ ਦਾ ਮੁੱਲ ਪਿਆ ਸੀ। ਅਤੇ ਮੈਂ ਉਹ 30 ਰੁਪਈਏ ਯਹੋਵਾ ਦੇ ਭਵਨ ਮੀਨ ਇਹ ਜਿਹੜਾ ਹੈ ਯਹੂਦਾ ਇਸਕਰਿਓਤੀ ਦੇ ਬਾਰੇ ਵਿੱਚ ਹੈ ਕਿ ਮੈਂ ਉਹ 30 ਰੁਪਈਏ ਯਹੋਵਾ ਦੇ ਭਵਨ ਵਿੱਚ ਸੁੱਟ ਦਿੱਤੇ। ਠੀਕ ਹੈ ਜੀ। ਅਤੇ ਫਿਰ ਯਹੋਵਾ ਕਹਿੰਦਾ ਕਿ ਮੈਂ 12 ਵਿੱਚ ਲਿਖਿਆ, ਜਕਰਜਾ 12 ਦੀ 10 ਵਿੱਚ ਲਿਖਿਆ, ਯਹੋਵਾ ਪਰਮੇਸ਼ਰ ਜੀ ਆਖਦੇ ਹਨ ਕਿ ਮੈਂ ਕੀ ਹੈ ਯਹੂਦਾ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ, ਯਹੂਦਾ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਆਪਣਾ ਆਤਮਾ ਬੇਨਤੀ ਅਤੇ ਕਿਰਪਾ ਦਾ ਆਤਮਾ ਵਹਾਵਾਂਗਾ ਅਤੇ ਉਹ ਮੇਰੀ ਵੱਲ ਜਿਸ ਨੂੰ ਉਹਨਾਂ ਨੇ ਬਿੰਨਿਆ ਉਹ ਵੇਖਣਗੇ ਅਤੇ ਮੇਰੇ ਲਈ ਸੋਗ ਕਰਨਗੇ, ਮੇਰੇ ਲਈ ਵਿਰਲਾਪ ਕਰਨਗੇ ਜਿਵੇਂ ਕੋਈ ਆਪਣੇ ਇਕਲੌਤੇ ਪੁੱਤਰ ਲਈ ਵਿਰਲਾਪ ਕਰਦਾ ਹੈ। ਇਸ ਲਈ ਇਹੋ ਹੀ ਬਚਨ ਫਿਰ ਅਸੀਂ ਜਿਹੜਾ ਹੈ ਪ੍ਰਕਾਸ਼ ਦੀ ਪੋਥੀ ਉਹਦੇ ਪਹਿਲੇ ਚੈਪਟਰ ਦੀ 7 ਆਇਤ ਵਿੱਚ ਪੜ੍ਹਦੇ ਹਾਂ। ਯਾਦ ਰੱਖਣਾ 7 ਆਇਤ ਵਿੱਚ ਲਿਖਿਆ ਹੈ ਕਿ ਉਹ ਬੱਦਲਾਂ ਦੇ ਉੱਤੇ ਜਿਹੜਾ ਹੈ ਆਵੇਗਾ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਇੱਥੋਂ ਤੱਕ ਕਿ ਜਿਨ੍ਹਾਂ ਉਸ ਨੂੰ ਬਿੰਨਿਆ ਸੀ ਉਹ ਵੀ ਦੇਖਣਗੇ। ਸੋ ਯਾਦ ਰੱਖੋ ਸਾਰੇ ਬਚਨ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਬਾਈਬਲ ਵਿੱਚ ਲਿਖੇ ਹੋਏ ਹਨ। ਅਤੇ ਮੂਸਾ ਲਿਖਦਾ ਹੈ ਜੇ ਅਸੀਂ ਵਿਵਸਥਾ ਸਾਲ 32 ਦੀ 3 ਤੋਂ 6 ਪੜ੍ਹ ਲੈਂਦੇ ਹਾਂ, 3 ਤੋਂ 6 ਉਹਦਾ ਮੈਂ ਲਿਖਿਆ ਹੈ, ਤੁਸੀਂ ਇਹਨੂੰ ਪੜ੍ਹ ਲੈਣਾ। ਲਿਖਿਆ ਹੈ, ਹੇ ਮੂੜ ਅਤੇ ਮਾਤੀਨ ਪਾਦਿਆ ਕੀ ਤੁਸੀਂ ਯਹੋਵਾ ਨੂੰ ਬੱਲਾ ਦਿੰਦੇ ਹੋ ਕਿ ਯਹੋਵਾ ਤੁਹਾਡਾ ਪਿਤਾ ਨਹੀਂ ਜਿਸ ਨੇ ਤੁਹਾਨੂੰ ਮੁੱਲ ਲਿਆ, ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ ਹੈ। ਦਾਊਦ ਨਬੀ ਲਿਖਦਾ ਹੈ ਕਿ ਯਹੋਵਾ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ ਅਤੇ ਉਹਦੇ ਸਨਾਤੀਆਂ ਵਿੱਚੋਂ ਕੋਈ ਦੋਸ਼ੀ ਨਹੀਂ ਠਹਿਰੇਗਾ। ਠੀਕ ਹੈ ਜੀ। ਫਿਰ ਅੱਗੇ ਜਿਹੜਾ ਹੈ
ਯਸ਼ਾਇਆ ਵੀ ਲਿਖਦਾ ਹੈ, ਕੀ ਲਿਖਦਾ ਹੈ? ਤੂੰ ਤਾਂ ਸਾਡਾ ਪਰਮੇਸ਼ਰ ਪਿਤਾ ਹੈ। ਭਾਵੇਂ ਅਬਰਾਹਮ ਸਾਨੂੰ ਨਹੀਂ ਜਾਣਦਾ ਅਤੇ ਰਸਾਲ ਸਾਨੂੰ ਨਹੀਂ ਜਾਣਦਾ, ਪਰ ਤੂੰ ਯਹੋਵਾ ਸਾਡਾ ਪਿਤਾ ਹੈ, ਸਾਡਾ ਫਿਰਿਆ ਦੇਣ ਵਾਲਾ ਹੈ ਅਤੇ ਤੇਰਾ ਨਾਮ ਸਦੀਪ ਕਾਲ ਤੋਂ ਹੈ। ਓਕੇ, ਤੂੰ ਤਾਂ ਸਾਡਾ ਪਿਤਾ ਹੈ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈ, ਅਸੀਂ ਸਭੇ ਤੇਰੇ ਹੱਥਾਂ ਦੀ ਦਸਤਕਾਰੀ ਹਾਂ। ਠੀਕ ਹੈ ਜੀ, ਮਿਹਰਬਾਨੀ ਕਰਕੇ ਹੁਣ ਜਦੋਂ ਇਸ ਤੋਂ ਬਾਅਦ ਜਦੋਂ ਪ੍ਰਭੂ ਯਿਸੂ ਜੀ ਆਪਣੇ ਮੁਰਦਿਆਂ ਵਿੱਚੋਂ ਜੀ ਉੱਠੇ ਆਪਣੀ ਕੁਰਬਾਨੀ ਦੇਣ ਤੋਂ ਬਾਅਦ, ਤਾਂ ਉਹ ਪ੍ਰਭੂ ਯਿਸੂ ਜੀ ਆਖਦੇ ਹਨ, ਧਿਆਨ ਨਾਲ ਸੁਣਨਾ ਜੀ ਮਿਹਰਬਾਨੀ ਕਰਕੇ। ਪ੍ਰਭੂ ਪਵਿੱਤਰ ਬਾਈਬਲ ਮਤੀ ਦੀ ਅੰਜੀਲ ਉਹਦੀ 28 ਦੀ 19 ਤੋਂ 20 ਵਿੱਚ ਲਿਖਿਆ ਹੈ ਕਿ ਕੀ ਲਿਖਿਆ? ਆਪਣੇ ਚੇਲਿਆਂ ਨੂੰ ਉਹਨਾਂ ਨੇ ਆਖਿਆ, ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ। ਅਤੇ ਵੇਖੋ, ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਫਿਰ ਇਹੋ ਹੀ ਗੱਲ ਉਹਨਾਂ ਨੇ ਮੱਤੀ ਦੀ 18 ਦੀ 20 ਵਿੱਚ ਆਖੀ, ਜਿੱਥੇ 2 ਜਾਂ 3 ਮੇਰੇ ਨਾਮ ਵਿੱਚ ਇਕੱਠੇ ਹੋਣ, ਉਹਨਾਂ ਦੇ ਦਰਮਿਆਨ ਮੈਂ ਹਾਜ਼ਰ ਹਾਂ। ਸੋ ਚੱਚ ਕੀ ਹੈ? ਜਿੱਥੇ 2 ਜਾਂ 3 ਇਨਸਾਨ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਕੱਠੇ ਹੋਣ, ਉੱਥੇ ਹੀ ਪ੍ਰਭੂ ਯਿਸੂ ਹਾਜ਼ਰ ਹਨ। ਅੱਗੇ ਫਿਰ ਲਿਖਦੇ ਨੇ ਮਾਰਕਸ ਦੀ ਜਿਹੜੀ ਹੈ 16 ਤੋਂ 16 ਵਿੱਚ ਲਿਖਦੇ ਨੇ, ਜਿਹੜਾ ਨਿਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜੋ ਨਿਚਾ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਸੋ ਮੂਸਾ ਫਿਰ ਲਿਖਦਾ ਹੈ, ਫਿਰ ਆਪਣੇ ਜੀ ਉੱਠਣ ਤੋਂ ਬਾਅਦ ਫਿਰ ਪ੍ਰਭੂ ਯਿਸੂ ਜੀ ਆਖਦੇ ਨੇ ਕਿ ਮੂਸਾ ਦੀ ਤਰੀਤ ਅਤੇ ਨਬੀਆਂ ਦੀਆਂ ਪੁਸਤਕਾਂ ਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਜਾਂ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਤੁਹਾਨੂੰ ਆਖਿਆ ਸੀ, ਉਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਇਹ ਜੀ ਆਪਣੇ ਜੀ ਉੱਠਣ ਤੋਂ ਬਾਅਦ ਚੇਲਿਆਂ ਨੂੰ ਯਾਦ ਦਿਲਾਉਂਦੇ ਆ ਤੇ ਪਰਮੇਸ਼ਰ ਨੇ, ਯਿਸੂ ਜੀ ਨੇ ਉਹਨਾਂ ਦੀ ਬੁੱਧ ਖੋਲ੍ਹ ਦਿੱਤੀ, ਕਿਉਂਕਿ ਜਿਵੇਂ ਆਪਾਂ ਲੂਕਾ 18 ਦੀ 31 ਤੋਂ 34 ਵਿੱਚ ਪੜ੍ਹਿਆ ਸੀ ਕਿ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ ਕਿ ਜੋ ਕੁਝ ਨਬੀਆਂ ਨੇ ਮੇਰੇ ਹੱਕ ਵਿੱਚ ਲਿਖਿਆ, ਮੂਸਾ ਨੇ ਤੌਰਾਤ ਵਿੱਚ ਮੇਰੇ ਹੱਕ ਵਿੱਚ ਲਿਖਿਆ ਹੈ, ਉਹ ਸਭ ਕੁਝ ਪੂਰਾ ਹੋਵੇਗਾ। ਉਹ ਜਿਹੜੇ ਚੇਲੇ ਉਸ ਵਕਤ ਉਹ ਇਹਨਾਂ ਗੱਲਾਂ ਨੂੰ ਨਾ ਸਮਝ ਸਕੇ, ਇਹ ਗੱਲਾਂ ਉਹਨਾਂ ਤੋਂ ਛੁਪੀਆਂ ਰਹੀਆਂ। ਇਸੇ ਲਈ ਪ੍ਰਭੂ ਯਿਸੂ ਜੀ ਨੇ ਫਿਰ ਲੂਕਾ 24 ਦੀ 44 ਤੋਂ 49 ਵਿੱਚ ਆਖਿਆ ਕਿ ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਆਖੀਆਂ, ਭਈ ਮਨੁੱਖ ਦੇ ਭਈ ਜੋ ਕੋਈ ਨਬੀਆਂ ਦੀਆਂ ਪੁਸਤਕਾਂ, ਮੂਸਾ ਦੀ ਤੌਰਾਤ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹਨ, ਸੋ ਸਭ ਪੂਰੀਆਂ ਕੀਤੀਆਂ ਜਾਣਗੀਆਂ, ਕਿਉਂਕਿ ਇਉਂ ਲਿਖਿਆ ਹੋਇਆ ਹੈ, ਜੋ ਮਸੀਹ ਦੁੱਖ ਝੱਲੇਗਾ ਤੀਏ ਦਿਨ ਫਿਰ ਜੀ ਉੱਠੇਗਾ ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਉਹਦੇ ਯਿਸੂ ਨਾਮ ਵਿੱਚ ਤੋਬਾ ਅਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਪ੍ਰਭੂ ਯਿਸੂ ਜੀ ਉਹਨਾਂ ਆਖਦੇ, ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ, ਸ਼ਹਿਰ ਵਿੱਚ ਰਹੋ। ਫਿਰ ਪ੍ਰਭੂ ਯਿਸੂ ਜੀ ਜਿਹੜਾ ਹੈ ਰਸੂਲਾਂ ਦੇ ਕਿਤਾਬ ਉਹਦੀ ਪਹਿਲੇ ਚੈਪਟਰ ਤੋਂ 1:3 ਤੋਂ 8 ਵਿੱਚ ਆਖਦੇ ਹਨ, ਅਤੇ ਪਿਤਾ ਦੇ ਉਸ ਕਰਾਰ ਵਿੱਚ ਰਹੋ ਜਿਹਦੇ ਵਿਖੇ ਤੁਸੀਂ ਮੇਰੇ ਤੋਂ ਸੁਣਿਆ, ਕਿਉਂ ਜੋ ਯਹੂਨਾ ਨੇ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜ੍ਹੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕ ਮੇਰੇ ਗਵਾਹ ਹੋਵੋਗੇ। ਸੋ ਪ੍ਰਭੂ ਯਿਸੂ ਨੇ ਦੱਸਿਆ ਕਿ ਤੁਸੀਂ ਬਪਤਿਸਮਾ ਦੇਣ ਦਾ ਉਹਨਾਂ ਨੂੰ ਹੁਕਮ ਦਿੱਤਾ ਕਿ ਪਰ ਨਾਲ ਇਹ ਵੀ ਹੁਕਮ ਦਿੱਤਾ ਕਿ ਜਿਹੜਾ ਹੈ ਬਪਤਿਸਮਾ ਲਵੇ ਉਹ ਹੀ ਬਚਾਇਆ ਜਾਊਗਾ, ਪਰ ਜਿਹੜਾ ਨਾ ਲਵੇ ਉਸ 'ਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਫਿਰ ਉਹਨਾਂ ਨੇ ਆਖਿਆ ਕਿ ਉਹਨਾਂ 'ਚ ਤੁਸੀਂ ਬਾਹਰ ਨਹੀਂ ਜਾਣਾ ਜਿੰਨਾ ਚਿਰ ਮੈਂ ਜਿਹੜਾ ਤੁਹਾਡੇ ਨਾਲ ਕਰਾਰ ਕੀਤਾ ਹੈ ਕਿ ਮੈਂ ਜਿਹੜਾ ਹੈ
ਤੁਹਾਡੇ ਉੱਤੇ ਪਿਤਾ ਦਾ ਕਰਾਰ ਮੀਨ ਪਵਿੱਤਰ ਆਤਮਾ ਭੇਜਾਂਗਾ। ਠੀਕ ਹੈ ਜੀ। ਤੇ ਤੁਸੀਂ ਜਦੋਂ ਪਵਿੱਤਰ ਆਤਮਾ ਪਾਓਗੇ ਤਾਂ ਫਿਰ ਤੁਸੀਂ ਸ਼ਕਤੀ ਪਾਓਗੇ, ਤੇ ਫਿਰ ਤੁਸੀਂ ਜਿਹੜਾ ਸਾਰੇ ਫਿਰ ਤੁਸੀਂ ਯਰੂਸ਼ਲਮ ਤੇ ਸਾਰੇ ਯਹੂਦੀਆ ਤੇ ਸਾਮਰੀਆ ਅਤੇ ਧਰਤੀ ਦੇ ਬੰਨੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ। ਇਸ ਲਈ ਯਾਦ ਰੱਖੋ, ਪਵਿੱਤਰ ਆਤਮਾ ਦੇ ਜਾਣਨ ਲਈ ਸਾਨੂੰ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਜੀ ਨੂੰ ਜਾਣਨਾ, ਉਹਦੇ ਬਚਨਾਂ ਨੂੰ ਜਾਣਨਾ ਬਹੁਤ ਜ਼ਰੂਰੀ, ਜਿਹੜਾ ਕਿ ਪ੍ਰਭੂ ਯਿਸੂ ਜੀ ਨੇ ਆਪਣੇ ਚੇਲਿਆਂ ਨੂੰ ਬੜੇ ਅੱਛੇ ਤਰੀਕੇ ਨਾਲ ਸਿਖਾਇਆ ਭਈ ਜਿੰਨਾ ਚਿਰ ਤੁਸੀਂ ਸ਼ਕਤੀ ਨਾ ਪਾਓ, ਯਰੂਸ਼ਲਮ ਵਿੱਚ ਰਹੋ, ਜਿਸ ਦੇ ਵਿਖੇ ਤੁਸੀਂ ਮੇਰੇ ਤੋਂ ਸੁਣਿਆ ਸੀ, ਤੇ ਉਸ ਪਿਤਾ ਦਾ ਕਰਾਰ ਦੀ ਉਡੀਕ ਵਿੱਚ ਰਹੋ। ਠੀਕ ਹੈ ਜੀ। ਜਿਹੜਾ ਮੈਂ ਤੁਹਾਡੇ ਉੱਤੇ ਪਵਿੱਤਰ ਆਤਮਾ ਵਹਾਵਾਂਗਾ, ਠੀਕ ਹੈ, ਪਿਤਾ ਵੱਲੋਂ ਮੈਂ ਤੁਹਾਨੂੰ ਪਵਿੱਤਰ ਆਤਮਾ ਦੇਵਾਂਗਾ। ਫਿਰ ਕੀ ਹੁੰਦਾ ਹੈ, ਇਸ ਗੱਲ ਦੀ ਗਵਾਹੀ ਜਿਹੜਾ ਯਹੂਨਾ ਬਪਤਿਸਮਾ ਦੇਣ ਵਾਲਾ ਵੀ ਦਿੰਦਾ ਹੈ ਕਿ ਮੈਂ ਤੁਹਾਨੂੰ ਸੱਚ ਜੋ ਮੇਰੇ ਪਿੱਛੇ ਆਉਣ ਵਾਲਾ ਹੈ, ਜਿਹਦੇ ਮੈਂ ਜੁੱਤੀ ਦਾ ਤਸ਼ਮਾ ਖੋਲ੍ਹਣ ਦੇ ਕਾਬਲ ਨਹੀਂ, ਉਹ ਤੁਹਾਨੂੰ ਅੱਗ ਅਤੇ ਪਵਿੱਤਰ ਆਤਮਾ ਤੇ ਅੱਗ ਨਾਲ ਬਪਤਿਸਮਾ ਦੇਵੇਗਾ। ਸੋ ਅੱਗੇ ਹੁਣ ਅਸੀਂ ਚੱਲਦੇ ਹਾਂ ਰਸੂਲਾਂ ਦੇ ਕਿਤਾਬ ਵਿੱਚ ਜਿਹੜਾ ਹੈ ਰਸੂਲਾਂ ਦੇ ਕਿਤਾਬ 2:1 ਵਿੱਚ ਲਿਖਿਆ ਹੈ ਕਿ ਪੈਂਟੀਕੋਸਤ ਦੇ ਦਿਨ ਰਸੂਲਾਂ ਉੱਤੇ ਪਵਿੱਤਰ ਆਤਮਾ ਉਤਰਿਆ। ਪ੍ਰਭੂ ਯਿਸੂ ਜੀ ਕਦੀ ਝੂਠ ਨਹੀਂ ਬੋਲਦੇ, ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ। ਪੈਂਟੀਕੋਸਤ ਦੇ ਦਿਨ ਰਸੂਲਾਂ ਉੱਤੇ ਪਵਿੱਤਰ ਆਤਮਾ ਉਤਰਿਆ। ਪਵਿੱਤਰ ਆਤਮਾ ਕੌਣ ਹੈ? ਅਤੇ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗੇ। ਅਤੇ ਆਤਮਾ ਨੇ ਜਿਵੇਂ ਉਹਨਾਂ ਨੂੰ ਆਤਮਾ ਨੇ ਬੋਲਣ ਦਿੱਤਾ। ਕੌਣ ਹੈ ਆਤਮਾ ਜਾਂ ਕੌਣ ਹੈ ਪਵਿੱਤਰ ਆਤਮਾ ਦੇਣ ਵਾਲਾ? ਯਿਸੂ ਮਸੀਹ ਹੈ। ਇਸ ਗੱਲ ਦੀ ਯਹੂਨਾ ਬਪਤਿਸਮਾ ਦੇਣ ਵਾਲਾ ਵਾਰ-ਵਾਰ ਗਵਾਹੀ ਦਿੰਦਾ ਹੈ, ਮੈਂ ਤਾਂ ਤੁਹਾਨੂੰ ਜਲ ਨਾਲ ਆਤਮਾ ਦਿੱਤਾ, ਜਿਹੜਾ ਮੇਰੇ ਨਾਲ ਪਿੱਛੇ ਆਉਣ ਵਾਲਾ ਹੈ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ। ਫਿਰ ਉਹ ਇਸ ਗੱਲ ਦੀ ਸ਼ਾਦੀ ਵੀ ਦਿੰਦੇ ਹਨ ਕਿ ਜਦੋਂ ਪ੍ਰਭੂ ਯਿਸੂ ਜੀ ਉਸ ਵੱਲ ਆਏ ਬਪਤਿਸਮਾ ਲੈਣ, ਤਾਂ ਜਦੋਂ ਉਸਨੇ ਪ੍ਰਭੂ ਯਿਸੂ ਨੂੰ ਦੇਖਿਆ ਕਿ ਉਹ ਉੱਥੋਂ ਬਪਤਿਸਮਾ ਲੈਣ ਆ ਰਹੇ ਹਨ, ਤਾਂ ਉਹ ਆਖਦਾ, ਵੇਖੋ ਪਰਮੇਸ਼ਰ ਦਾ ਲੇਲਾ ਜਿਹੜਾ ਜਗਤ ਦੇ ਪਾਪ ਚੁੱਕ ਲੈ ਜਾਂਦਾ ਹੈ। ਇਹ ਉਹ ਹੈ ਜਿਸ ਦੇ ਵਿਖੇ ਮੈਂ ਤੁਹਾਨੂੰ ਆਖਿਆ ਸੀ ਕਿ ਮੇਰੇ ਪਿੱਛੋਂ ਇੱਕ ਪੁਰਸ਼ ਆਉਂਦਾ ਹੈ ਜੋ ਮੇਰੇ ਤੋਂ ਵੱਡਾ ਬਣਿਆ, ਕਿਉਂਕਿ ਉਹ ਮੇਰੇ ਤੋਂ ਪਹਿਲਾਂ ਸੀ। ਮੈਂ ਇਸ ਲਈ ਜਲ ਨਾਲ ਬਪਤਿਸਮਾ ਦਿੰਦਾ ਆਇਆ ਹਾਂ, ਜਾਂ ਉਹ ਜਿਹੜਾ ਹੈ ਪਰਮੇਸ਼ਰ ਦਾ ਲੇਲਾ ਬਣਿਆ ਹੋਇਆ ਹੈ, ਜਿਹੜਾ ਮੇਰੇ ਤੋਂ ਪਹਿਲਾਂ ਸੀ, ਮੇਰੇ ਤੋਂ ਵੱਡਾ ਬਣਿਆ, ਉਹ ਜਿਹੜਾ ਇਸਰਾਏਲ ਉੱਤੇ ਪ੍ਰਗਟ ਹੋਏ। ਮੈਂ ਇਸੇ ਲਈ ਜਲ ਨਾਲ ਬਪਤਿਸਮਾ ਦਿੰਦਾ ਆਇਆ ਹਾਂ, ਇਸ ਲਈ ਨਹੀਂ ਕਿ ਪ੍ਰਭੂ ਯਿਸੂ ਜੀ ਨੂੰ ਜ਼ਰੂਰਤ ਸੀ, ਪਰ ਇਹ ਸੱਚ ਹੈ ਕਿਉਂਕਿ ਮਨੁੱਖ ਦੇ ਜਦੋਂ ਦੇਹ ਵਿੱਚ, ਸਰੀਰ ਵਿੱਚ, ਜਿਸਮ ਵਿੱਚ ਪ੍ਰਗਟ ਹੋਏ ਹਨ, ਤਾਂ ਹਰੇਕ ਮਨੁੱਖ ਨੂੰ, ਹਾਲਾਂਕਿ ਉਹਨਾਂ ਨੂੰ ਬਪਤਿਸਮਾ ਲੈਣ ਦੀ ਲੋੜ ਨਹੀਂ, ਪਰ ਕਿਉਂਕਿ ਜਿਹੜਾ ਹੈ ਜ਼ਬੂਰਾਂ, ਦੂਸਰੇ ਜ਼ਬੂਰ ਵਿੱਚ ਲਿਖਿਆ ਹੈ ਕਿ ਯਹੋਵਾ ਨੇ ਮੈਨੂੰ ਆਖਿਆ, ਜਦੋਂ ਤੂੰ ਮੇਰਾ ਪੁੱਤਰ ਹੈ, ਤੂੰ ਅੱਜ ਮੇਰੇ ਤੋਂ ਜਨਮਿਆ ਹੈ। ਇਸ ਲਈ ਬਪਤਿਸਮਾ ਲੈਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਤਾਂ ਪ੍ਰਭੂ ਯਿਸੂ ਦੇ ਨਾਮ ਵਿੱਚ, ਤਾਂ ਅਸੀਂ ਪ੍ਰਭੂ ਯਿਸੂ ਤੋਂ ਪੈਦਾ ਹੁੰਦੇ ਹਾਂ, ਅਸੀਂ ਪਰਮੇਸ਼ਰ ਤੋਂ ਪੈਦਾ ਹੁੰਦੇ ਹਾਂ। ਲਿਖਿਆ ਹੁਣ ਸੁਣੋ ਧਿਆਨ ਨਾਲ। ਕੀ ਹੋਇਆ ਕਿ ਜਦੋਂ ਉਹ ਪਵਿੱਤਰ ਆਤਮਾ ਨਾਲ ਭਰ ਗਏ ਪੈਂਟੀਕੋਸਤ ਦੇ ਦਿਨ, ਤੇ ਕਿਉਂਕਿ ਪਵਿੱਤਰ ਆਤਮਾ ਉਹਨਾਂ ਤੇ ਉਤਰਿਆ ਤੇ ਆਗੀਆਂ ਜੀਵਾਂ ਦੇ ਤੌਰ ਤੇ ਉਹ ਹਰੇਕ ਤੇ ਠਹਿਰ ਗਿਆ, ਤੇ ਉਹ ਸਾਰੇ ਦੇ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ। ਠੀਕ ਹੈ ਜੀ। ਤੇ ਹੋਰ ਬੋਲੀਆਂ ਬੋਲਣ ਲੱਗੇ, ਜਿਵੇਂ ਆਤਮਾ ਨੇ, ਜਿਵੇਂ ਯਿਸੂ ਮਸੀਹ ਨੇ ਉਹਨਾਂ ਨੂੰ ਬੋਲਣ ਦਿੱਤਾ, ਜਿਵੇਂ ਪਰਮੇਸ਼ਰ ਨੇ ਬੋਲਣ ਦਿੱਤਾ। ਲਿਖਿਆ ਹੈ ਪਹਿਲਾ ਕੁਰਿੰਥੀਆਂ 15:47 ਕਿ ਦੂਸਰਾ ਮਨੁੱਖ ਜਿਹੜਾ ਹੈ ਉਹ ਪ੍ਰਭੂ ਯਿਸੂ ਜਿਹੜਾ ਹੈ ਉਹ ਜੀਵਨ ਦਾਤਾ ਆਤਮਾ ਹੈ। ਫਿਰ ਲਿਖਿਆ ਹੈ ਕਿ ਪਹਿਲਾ ਮਨੁੱਖ ਜਿਹੜਾ ਹੈ ਉਹ ਇਸ ਧਰਤੀ ਤੋਂ ਹੈ, ਮਿੱਟੀ ਦਾ ਬਣਿਆ ਹੈ, ਤੇ ਦੂਸਰਾ ਮਨੁੱਖ ਜਿਹੜਾ ਹੈ ਜਾਣੀ ਕਿ ਪ੍ਰਭੂ ਯਿਸੂ ਜਿਹੜਾ ਆਤਮਾ ਹੈ, ਜਿਹੜਾ ਆਤਮਾ ਸਾਨੂੰ ਜਿਹੜਾ ਹੈ ਸਾਹ ਦੇਣ ਵਾਲਾ ਹੈ, ਜਾਂ ਸਾਡੇ ਵਿੱਚ ਜਾਨ ਪਾਉਣ ਵਾਲਾ ਹੈ, ਜਾਂ ਪਵਿੱਤਰ ਆਤਮਾ ਦੇਣ ਵਾਲਾ ਹੈ, ਉਹ ਆਤਮਾ ਜਿਹੜਾ ਹੈ ਸੁਰਗੋਂ ਹੈ, ਯਿਸੂ ਮਸੀਹ ਹੈ। ਇਸ ਲਈ ਕਿਹਾ ਜਿੰਨਾ ਚਿਰ ਤੁਹਾਨੂੰ ਸੁਰਗੋਂ
ਜਿਹੜੀ ਆ ਸ਼ਕਤੀ ਨਾ ਮਿਲੇ, ਉਹਨਾਂ 'ਚ ਸ਼ਹਿਰ ਵਿੱਚ ਯਰੂਸ਼ਲਮ ਵਿੱਚ ਠਹਿਰੇ ਰਹੋ। ਇਸ ਲਈ ਜਦੋਂ ਜਿਹੜਾ ਪਵਿੱਤਰ ਆਤਮਾ ਸ਼ਾਗਿਰਦਾਂ ਉੱਤੇ ਉਤਰਿਆ ਤੇ ਉਹਨਾਂ ਨੂੰ ਕਿਹਾ, ਉਹਨਾਂ ਨੇ ਜੇ ਕੀ ਹੈ ਸ਼ਕਤੀ ਪਾਈ। ਤੇ ਫਿਰ ਉਹ ਜਦੋਂ ਪਤਰਸ ਪ੍ਰਭੂ ਯਿਸੂ ਜੀ ਜਿਹੜੇ ਪਵਿੱਤਰ ਆਤਮਾ ਹੈ ਜਦੋਂ ਆਤਮਾ ਨਾਲ ਭਰ ਗਏ, ਤਾਂ ਉਸ ਵਕਤ ਜਿਹੜਾ ਪਵਿੱਤਰ ਆਤਮਾ ਯਿਸੂ ਮਸੀਹ ਜੀ ਪਤਰਸ ਰੂਲ ਦੀ ਜਵਾਨੀ ਆਖਦੇ ਹਨ ਕਿ ਹਰੇਕ ਤੋਬਾ ਕਰੋ ਤੇ ਹਰੇਕ ਤੁਹਾਡੇ ਵਿੱਚੋਂ ਆਪਣੇ ਆਪਣੇ ਪਾਪਾਂ ਦੀ ਮਾਫੀ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ। ਤਦ ਬਚਨ ਉੱਤੇ ਨੇਚਾ ਕਰਨ ਵਾਲੇ 3000 ਲੋਕਾਂ ਨੇ ਯਿਸੂ ਮਸੀਹ ਦੇ ਨਾਮ ਵਿੱਚ ਪੈਂਟੀਕੋਸਤ ਦੇ ਦਿਨ ਬਪਤਿਸਮਾ ਲਿਆ। ਇਹ ਹੈ ਜੀ ਬਪਤਿਸਮੇ ਦੀ ਗੱਲ ਹੋ ਰਹੀ ਹੈ। ਮਿਹਰਬਾਨੀ ਕਰਕੇ ਜ਼ਰੂਰ ਦੇਖੋ ਉਹ ਜਿਹੜਾ ਬਪਤਿਸਮਾ ਕਦੋਂ ਸ਼ੁਰੂ ਹੋਇਆ। ਪੈਂਟੀਕੋਸਤ ਦੇ ਦਿਨ ਤੋਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ ਦੀ ਵਿਧੀ ਸ਼ੁਰੂ ਸ਼ਾਗਿਰਦਾਂ ਪ੍ਰਭੂ ਯਿਸੂ ਦੇ ਹੁਕਮ ਦੇ ਮੁਤਾਬਕ ਸੇਵਕਾਂ ਰਾਹੀਂ ਕੀਤੀ ਗਈ। ਅਸਲ ਪਵਿੱਤਰ ਆਤਮਾ ਰਾਹੀਂ ਇਹ ਜਿਹੜੀ ਵਿਧੀ ਹੈ ਸਿਖਾਈ ਗਈ ਸੀ ਤੇ ਪਵਿੱਤਰ ਆਤਮਾ ਨੇ ਇਸ ਨੂੰ ਰਸੂਲਾਂ ਦੀ ਜਵਾਨੀ ਜਾਂ ਉਹਨਾਂ ਦੇ ਹੱਥੀਂ ਪੂਰਾ ਕੀਤਾ। ਲਿਖਿਆ ਹੈ, ਫਿਰ ਅੱਗੇ ਪੜ੍ਹੀਏ ਤਾਂ ਲਿਖਿਆ ਕਿ ਰਸੂਲਾਂ ਦੇ ਹੱਥੀਂ ਬਹੁਤ ਸਾਰੇ ਅਚੰਭੇ ਅਤੇ ਨਿਸ਼ਾਨ ਪ੍ਰਗਟ ਹੋਏ ਅਤੇ ਜਿਹੜੇ ਬਚਾਏ ਜਾਂਦੇ ਸਨ ਪ੍ਰਭੂ ਯਿਸੂ ਜੀ ਉਹਨਾਂ ਨੂੰ ਰੋਜ਼ ਬਰੋਜ਼ ਆਪਣੀ ਚਰਚ ਵਿੱਚ ਆਪਣੇ ਘਰਾਂ ਵਿੱਚ ਰਹਿੰਦੇ ਸਨ। ਸੋ ਪਤਰਸ ਹੁਣ ਆਖ ਰਿਹਾ ਹੈ, ਧਿਆਨ ਨਾਲ ਸੁਣੋ ਜੀ। ਪਤਰਸ ਪਵਿੱਤਰ ਆਤਮਾ ਦਾ ਭਰਿਆ ਹੋਇਆ, ਅਸਲ ਪਤਰਸ ਨਹੀਂ, ਪਵਿੱਤਰ ਆਤਮਾ ਉਹਨਾਂ ਦੇ ਵਿੱਚੋਂ ਜਿਹੜਾ ਪਵਿੱਤਰ ਆਤਮਾ ਪਤਰਸ ਦੀ ਜਵਾਨੀ ਆਖਦਾ ਹੈ ਕਿ ਆਖਿਆ ਹੈ ਕਿ ਇਹ ਉਹ ਪੱਥਰ ਹੈ ਜਿਹਨੂੰ ਤੁਸਾਂ ਰਾਜਾਂ ਨੇ, ਬਿਲਡਰਾਂ ਨੇ, ਜਿਹੜੇ ਰਾਜ ਮਿਸਤਰੀ ਉਹਨਾਂ ਨੇ ਰੱਦਿਆ, ਸੋਈ ਖੁੰਝੇ ਦਾ ਪੱਥਰ ਹੋ ਗਿਆ। ਕਿਸੇ ਦੂਜੇ ਨਾਮ ਤੋਂ ਮੁਕਤੀ ਨਹੀਂ, ਕਿਉਂਕਿ ਮਨੁੱਖਾਂ ਹੇਠਾਂ ਦੂਜਾ ਕੋਈ ਨਾਮ ਨਹੀਂ ਦਿੱਤਾ ਕਿ ਜਿਸ ਤੋਂ ਅਸੀਂ ਬਚਾਏ ਜਾਣਾ ਹੈ। ਫਿਰ ਅੱਗੇ ਪਤਰਸ ਨੇ ਜਦੋਂ ਉਹਨਾਂ ਰਸੂਲਾਂ ਨੂੰ, ਤੇ ਫਿਰ ਪਤਰਸ ਰਸੂਲਾਂ ਦੇ ਕਿਤਾਬ 10 ਦੀ 42-43 ਵਿੱਚ ਆਖਦਾ ਹੈ, ਕੀ ਆਖਦਾ ਹੈ? ਕਹਿ ਰਿਹਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਹੁਕਮ, ਸਾਨੂੰ ਪ੍ਰਭੂ ਯਿਸੂ ਮਸੀਹ ਨੇ ਹੁਕਮ ਦਿੱਤਾ। ਇਹ ਜੀ ਪੜ੍ਹਿਓ ਰਸੂਲਾਂ ਦੇ ਕਿਤਾਬ 10 ਦੀ 42-43 ਵਿੱਚ ਲਿਖਿਆ, ਉਸਨੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਹੁਕਮ ਦਿੱਤਾ ਕਿ ਲੋਕਾਂ ਦੇ ਅੱਗੇ ਪ੍ਰਚਾਰ ਕਰੋ ਅਤੇ ਸਾਖੀ ਦਿਓ ਜੋ ਇਹ ਪ੍ਰਭੂ ਯਿਸੂ ਜੀ ਉਹ ਹੈ ਜਿਹੜਾ ਪਰਮੇਸ਼ਰ ਵੱਲੋਂ ਠਹਿਰਾਇਆ ਹੋਇਆ ਭਾਈ ਜਿਉਂਦਿਆਂ ਤੇ ਮੋਇਆਂ ਦਾ ਨਿਆਂ ਕਰਨ ਵਾਲਾ ਹੋਵੇ। ਸਭ ਨਬੀ, ਫਿਰ ਅੱਗੇ ਉਹ ਪ੍ਰਭੂ ਯਿਸੂ ਜੀ ਆਖਦੇ ਸਭ ਨਬੀ ਪ੍ਰਭੂ ਉੱਤੇ, ਪ੍ਰਭੂ ਯਿਸੂ ਤੇ ਸਾਖੀ ਦਿੰਦੇ ਹਨ ਜਾਂ ਗਵਾਹੀ ਦਿੰਦੇ ਹਨ, ਜੋ ਕੋਈ ਮਸੀਹ ਪ੍ਰਭੂ ਤੇ ਨੇਚਾ ਕਰੇ ਉਹ ਮਸੀਹ ਯਿਸੂ ਦੇ ਨਾਮ ਕਰਕੇ ਹੀ ਪਾਪਾਂ ਦੀ ਮਾਫੀ ਪਾਵੇਗਾ, ਹੋਰ ਕੋਈ ਨਾਮ ਨਹੀਂ ਹੈ। ਮਿਹਰਬਾਨੀ ਕਰਕੇ ਧਿਆਨ ਕਰੋ ਜਰਾ। ਸੋ ਜੇ ਕੋਈ ਗੱਲ ਕਰੇ, ਕਿਹੜੀ ਗੱਲ ਕਰੇ? ਅੱਗੇ ਪਤਰਸ ਕਹਿੰਦਾ ਸੀ ਜੋ ਕੋਈ ਗੱਲ ਕਰੇ, ਪਤਰਸ ਰਸੂਲ ਗੱਲ ਕਰਦਾ ਪਹਿਲੇ ਪੱਤਰ 4 ਦੀ 11 ਤੋਂ 16 ਵਿੱਚ, ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ਰ ਦੇ ਬਚਨਾਂ ਦੇ ਅਨੁਸਾਰ ਗੱਲ ਕਰੇ, ਅਤੇ ਜੇ ਕੋਈ ਸੇਵਾ ਕਰੇ ਤਾਂ ਉਸ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ਰ ਯਿਸੂ ਦਿੰਦਾ ਹੈ। ਜਿਵੇਂ ਲਿਖਿਆ ਹੈ, ਅਸੀਂ ਜੇ ਪੜ੍ਹੀਏ ਅਫਸੀਆਂ 4 ਦੀ 6 ਤੋਂ 11 ਅਤੇ ਇਬਰਾਨੀਆਂ 2 ਦੀ 1 ਤੋਂ 4 ਲਿਖਿਆ ਹੈ, ਅਫਸੀਆਂ 4 ਦੀ 1 ਤੋਂ 6 ਕਿ ਇੱਕੋ ਹੀ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ, ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਦਰਮਿਆਨ ਅਤੇ ਸਭਨਾਂ ਦੇ ਅੰਦਰ ਹੈ। ਠੀਕ ਹੈ ਜੀ। ਜਾਂ ਪਰ ਸਾਡੇ ਉੱਤੇ ਮਸੀਹ ਦੇ ਦਾਨ ਦੇ ਅੰਦਾਜ਼ੇ ਸਿਰ ਕਿਰਪਾ ਹੋਈ, ਜਿਵੇਂ ਉਹ ਪ੍ਰਭੂ ਯਿਸੂ ਜੀ ਉਤਾਂ ਚੜਿਆ ਅਤੇ ਮਨੁੱਖਾਂ ਨੂੰ ਦਾਨ ਬਖਸ਼ੇ। ਇਸ ਤੋਂ ਭਾਵ ਹੋਰ ਕੀ ਹੋ ਸਕਦਾ? ਜਿਹੜਾ ਉਤਰਿਆ ਸੀ ਉਹ ਚੜਿਆ, ਤੇ ਜਿਹੜਾ ਚੜਿਆ ਉਹ ਉਤਰਿਆ ਵੀ ਸੀ। ਓਕੇ, ਉਸ ਨੇ ਸਾਨੂੰ ਕਈਆਂ ਨੂੰ ਨਬੀ, ਕਈਆਂ ਨੂੰ ਰਸੂਲ, ਕਈਆਂ ਨੂੰ ਜਿਹੜਾ ਹੈ ਪ੍ਰਚਾਰਕ, ਕਈਆਂ ਨੂੰ ਕੀ ਕਹੀਏ ਪਾਦਰੀ, ਅਤੇ ਕਈਆਂ ਨੂੰ ਹੋਰ ਬਾਕੀ ਦੇ ਜਿਹੜਾ ਆ ਜਿਵੇਂ ਹੈ ਦਾਨ ਬਖਸ਼ੇ, ਕਿਉਂਕਿ ਪ੍ਰਭੂ ਯਿਸੂ ਹੀ ਸਾਨੂੰ ਪਵਿੱਤਰ ਆਤਮਾ ਹਨ ਅਤੇ ਪਵਿੱਤਰ ਆਤਮਾ ਦੇ ਦਾਨ ਦੇਣ ਵਾਲੇ ਪਰਮੇਸ਼ਰ ਜੀ ਹਨ।
ਸੋ ਪੱਤਰ ਕਹਿੰਦਾ ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ਰ ਦੇ ਬਚਨਾਂ ਦੇ ਅਨੁਸਾਰ ਕਰੇ, ਅਤੇ ਜੇ ਕੋਈ ਸੇਵਾ ਕਰੇ ਉਹ ਸਮਰੱਥਾ ਅਨੁਸਾਰ ਕਰੇ ਜੋ ਪਰਮੇਸ਼ਰ ਦਿੰਦਾ, ਪ੍ਰਭੂ ਯਿਸੂ ਦਿੰਦਾ ਹੈ। ਭਈ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੀ ਮਹਿਮਾ ਕੀਤੀ ਜਾਵੇ, ਜਿਹਦੀ ਮਹਿਮਾ ਅਤੇ ਪ੍ਰਕਰਮਾ ਜੁਗੋ ਜੁਗ ਹੈ। ਹੁਣ ਧਿਆਨ ਨਾਲ ਸੁਣੋ ਜੀ, ਅੱਗੇ ਇਹ ਟ੍ਰੇਨਿੰਗ ਦੀ ਸਾਰੀ ਗੱਲ ਚੱਲ ਰਹੀ ਆ, ਨਾਲ ਬਸ ਟ੍ਰੇਨਿੰਗ ਜਿਹੜੀ ਹੈ ਦਿੱਤੀ, ਅਤੇ ਵੀ ਹੁਣ ਬਪਤਿਸਮੇ ਦੀਆਂ ਗੱਲਾਂ ਚੱਲ ਰਹੀਆਂ ਹਨ। ਹੁਣ ਰਸੂਲ ਨਬੀ ਇਸ ਗੱਲ ਦੀ ਗਵਾਹੀ ਦਿੰਦੇ ਹੋਏ ਇਹ ਸ਼ਬਦ ਆਖਦੇ ਹਨ। ਰਸੂਲ ਜਿਹੜਾ ਕੌਣ ਸੀ? ਯਹੂਨਾ ਰਸੂਲ ਹੁਣ ਆਖ ਰਿਹਾ ਹੈ। ਯਹੂਨਾ ਰਸੂਲ ਪਹਿਲੇ ਯਹੂਨਾ 2:11-13 ਅਤੇ 2:22-24 ਅਤੇ ਦੂਸਰਾ ਯਹੂਨਾ 1:17-11 ਵਿੱਚ ਲਿਖਦਾ ਹੈ, ਇਹ ਬਾਲਕੋ, ਇਸ ਲਈ ਜੋ ਤੁਹਾਡੇ ਪਾਪ ਉਹਦੇ ਨਾਮ ਕਾਰਨ ਤੁਹਾਨੂੰ ਮਾਫ ਕੀਤੇ ਹੋਏ ਹਨ, ਇਸ ਲਈ ਜੋ ਤੁਸੀਂ ਪਿਤਾ ਨੂੰ ਜਾਣਦੇ ਹੋ। ਸਾਨੂੰ ਪਿਤਾ ਨੂੰ ਜਾਣਨਾ ਚਾਹੀਦਾ ਹੈ ਬਈ। ਜੇ ਅਸੀਂ ਪਿਤਾ ਨੂੰ ਨਹੀਂ ਜਾਣਦੇ ਫਿਰ ਕਿਹਨੂੰ ਅਸੀਂ ਆਪਣਾ ਪਿਤਾ ਦੱਸ ਸਕਦੇ ਹਾਂ? ਸੋ ਇਸ ਲਈ ਅੱਗੇ ਫਿਰ ਪਹਿਲਾ ਯਹੂਨਾ ਉਹਦੀ 2:22-24 ਵਿੱਚ ਯਹੂਨਾ ਰਸੂਲ ਜੀ ਲਿਖਦੇ ਹਨ ਕਿ ਝੂਠਾ ਕੌਣ ਹੈ? ਉਹ ਜਿਹੜਾ ਯਿਸੂ ਤੋਂ ਇਨਕਾਰ ਕਰਦਾ ਹੈ ਭਈ ਉਹ ਮਸੀਹ ਨਹੀਂ, ਉਹ ਮਸੀਹ ਦਾ ਵਿਰੋਧੀ ਹੈ ਜਿਹੜਾ ਯਿਸੂ ਜੀ ਨੂੰ ਜਾਂ ਪਿਤਾ ਅਤੇ ਪੁੱਤਰ ਦਾ ਮੰਨਣ ਦਾ ਇਨਕਾਰ ਕਰਦਾ ਹੈ। ਸੋ ਹਰੇਕ ਜੋ ਪੁੱਤਰ ਤੋਂ ਇਨਕਾਰ ਕਰਦਾ, ਪਿਤਾ ਉਹਦੇ ਕੋਲ ਨਹੀਂ। ਜਿਹੜਾ ਪੁੱਤਰ ਨੂੰ ਮੰਨ ਲੈਂਦਾ ਉਹਦੇ ਕੋਲ ਪਿਤਾ ਵੀ ਹੈ। ਸੋ ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ, ਇਸ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ, ਉਹ ਕੀ ਹੈ? ਪਰਮੇਸ਼ਰ ਉਹਦੇ ਕੋਲ ਨਹੀਂ। ਪਰ ਜੋ ਕੋਈ ਮਸੀਹ ਦੀ ਇਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ, ਉਸ ਕੋਲ ਪਿਤਾ ਅਤੇ ਪੁੱਤਰ ਵੀ ਹੈ, ਕਿਉਂਕਿ ਸਾਰੀ ਭਰਪੂਰੀ ਮਸੀਹ ਵਿੱਚ ਦੇਹਧਾਰੀ ਹੋ ਕੇ ਵਸਦੀ ਹੈ। ਜਿੱਥੇ ਮਸੀਹ ਹੈ ਉੱਥੇ ਸਾਰੀ ਭਰਪੂਰੀ ਹੈ, ਉੱਥੇ ਪਿਤਾ ਵੀ ਹੈ, ਉੱਥੇ ਪੁੱਤਰ ਵੀ ਹੈ, ਉੱਥੇ ਪਵਿੱਤਰ ਆਤਮਾ ਵੀ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ। ਇਸ ਨੂੰ ਬੜੇ ਧਿਆਨ ਨਾਲ ਸੁਣਨ ਦੀ ਲੋੜ ਹੈ, ਕਿਉਂਕਿ ਅਸੀਂ ਪਹਿਲਾਂ ਆਖਿਆ ਸੀ ਕਿ ਅਸੀਂ ਇਹ ਜਾਣਨ ਜਾ ਰਹੇ ਹਾਂ ਕਿ ਯਿਸੂ ਨਾਮ ਵਿੱਚ ਬਪਤਿਸਮਾ ਦੇਣ ਦੀ ਵਿਧੀ ਕਿਸ ਮਨੁੱਖ ਜਾਂ ਕਿਸ ਮਿਸ਼ਨ ਨੇ ਸ਼ੁਰੂ ਕੀਤੀ ਹੈ। ਇਸ ਦੇ ਬਾਰੇ ਵਿੱਚ ਹੁਣ ਅਸੀਂ ਜਿਹੜਾ ਵਿਚਾਰ ਵਟਾਂਦਰਾ ਜਿਹੜਾ ਅੱਗੇ ਕਰਦੇ ਹਾਂ। ਦੇਖੋ ਧਿਆਨ ਨਾਲ, ਇੱਕ ਖਾਸ ਨੋਟ ਸਮਝਦੇ ਹੋਏ ਇੱਕ ਖਾਸ ਜਿਹੜਾ ਹੈ ਗੱਲ ਸੁਣਨ ਲਈ। ਵੇਖੋ ਹੁਣ ਕੀ ਲਿਖਿਆ ਹੈ। ਵੇਖੋ ਸਾਡੇ ਵਿੱਚੋਂ ਇੱਕ ਸੰਖੇਪ ਨੋਟ ਹੈ। ਵੇਖੋ ਸਾਡੇ ਵਿੱਚੋਂ ਕੁਝ ਲੋਕ, ਸਭ ਕੁਝ ਹੋਣ ਦੇ ਬਾਵਜੂਦ ਬਾਈਬਲ ਦੇ ਸਾਰੇ ਬਚਨ ਜਿਹੜੇ ਹੈ ਪ੍ਰਭੂ ਯਿਸੂ ਦੇ ਦੱਸਣ ਦੇ ਨਾਲ ਵੀ ਫਿਰ ਵੀ ਕੀ ਹੈ, ਉਹ ਇਸ ਗੱਲ ਨੂੰ ਨਹੀਂ ਮੰਨਦੇ। ਓਕੇ, ਦੇਖੋ ਕੀ ਹੋਇਆ ਕਿ ਪ੍ਰਭੂ ਯਿਸੂ ਜੀ ਨੇ, ਤੁਸੀਂ ਦੇਖੋ ਸਾਰੀਆਂ ਗੱਲਾਂ ਦੱਸੀਆਂ, ਆਪਣੇ ਚੇਲਿਆਂ ਸਿਖਾਈਆਂ ਤਾਂ ਜਿਹੜੇ, ਪਰ ਫਿਰ ਵੀ ਜਿਹੜੇ ਕੁਝ ਲੋਕ ਜਿਹੜੇ ਪਰਮੇਸ਼ਰ ਜੀ ਦੇ, ਪ੍ਰਭੂ ਯਿਸੂ ਦੇ ਨਹੀਂ ਸਿਖਾਏ ਹੋਏ, ਕਿਉਂਕਿ ਜੇ ਲਿਖਿਆ ਹੈ ਪ੍ਰਭੂ ਯਿਸੂ ਜੀ ਕਹਿੰਦੇ ਜਿਹੜੇ ਪਿਤਾ ਦੇ ਸਿਖਾਏ ਹੋਏ ਆ ਜਾਂ ਪਰਮੇਸ਼ਰ ਸਿਖਾਏ ਹੋਏ ਮੇਰੇ ਕੋਲ ਆਉਣਗੇ ਅਤੇ ਮੈਂ ਉਹਨਾਂ ਨੂੰ ਕੱਢ ਨਹੀਂ ਦੇਵਾਂਗਾ। ਦੇਖੋ ਕੀ ਕਹਿੰਦੇ ਨੇ। ਵੇਖੋ ਸਾਡੇ ਵਿੱਚੋਂ ਕੁਝ ਲੋਕ ਪਵਿੱਤਰ ਬਾਈਬਲ ਦੇ ਪੂਰਨ ਗਿਆਨ ਦੇ ਬਿਨਾਂ ਆਪਣੇ ਆਪ ਨੂੰ ਪੈਂਟੀਕੋਸਟ ਦੀ ਸਿੱਖਿਆ ਦੇ ਵਿਦਵਾਨ ਮੰਨਦੇ ਹਨ, ਆਪਣੇ ਆਪ ਨੂੰ ਮੰਨਦੇ ਆ, ਪਰ ਹੈ ਕੌਣ ਹੈ? ਪਵਿੱਤਰ ਬਾਈਬਲ ਦੇ ਪੂਰਨ ਗਿਆਨ ਹੈ ਉਹਨਾਂ ਨੂੰ, ਪਰ ਪੂਰਨ ਗਿਆਨ ਨਹੀਂ ਹੈ। ਮੰਨਦੇ ਹਨ ਅਤੇ ਯਿਸੂ ਨਾਮ ਵਿੱਚ ਬਪਤਿਸਮਾ ਦੇਣ ਦੀ ਵਿਧੀ ਨੂੰ ਓਨਲੀ ਜੀਸਸ ਮਿਸ਼ਨ ਵਾਲਿਆਂ ਦੀ ਸਿੱਖਿਆ ਦੱਸਦੇ ਹਨ ਅਤੇ ਬ੍ਰਹਨਮ ਨਾਮ ਦੇ ਇੱਕ ਮਨੁੱਖ ਦੀ ਚਲਾਈ ਹੋਈ ਵਿਧੀ ਦੱਸਦੇ ਹਨ ਅਤੇ ਰਸੂਲਾਂ ਨੂੰ ਸਿਰਫ ਯਿਸੂ ਨਾਮ ਵਿੱਚ ਬਪਤਿਸਮਾ ਦੇ ਕੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਮਤੀ 28:19 ਵਿੱਚ ਦਿੱਤੇ ਹੁਕਮ ਦੀ ਉਲੰਘਣਾ ਕਰਨਾ ਦੱਸਦੇ ਹਨ। ਕਿ ਭਾਵ ਕਿ ਪ੍ਰਭੂ ਯਿਸੂ ਜੀ ਦੇ ਰਸੂਲਾਂ ਨੇ ਪ੍ਰਭੂ ਯਿਸੂ ਮਸੀਹ ਦੇ ਸਿਰਫ ਇੱਕ ਨਾਮ, ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਦੇ ਕੇ ਜਿਹੜੀ ਹੈ ਮਤੀ 28:19 ਵਿੱਚ ਦਿੱਤੇ ਪ੍ਰਭੂ ਯਿਸੂ ਦੇ ਹੁਕਮਾਂ ਦੀ ਉਲੰਘਣਾ ਦੱਸਦੇ ਹਨ। ਕੌਣ? ਜਿਹੜੇ ਪਵਿੱਤਰ ਬਾਈਬਲ ਦੇ ਪੂਰਨ ਗਿਆਨ ਨੂੰ ਨਹੀਂ ਜਾਣਦੇ ਹਨ। ਅੱਗੇ ਲਿਖਿਆ, ਸੋ ਆਓ ਅਸੀਂ ਸੱਚਾਈ ਦੇ ਨਾਲ ਹੁਣ ਇਹਨਾਂ ਬਚਨਾਂ ਨੂੰ ਪੜਤਾਲ ਕਰਾਂਗੇ ਅਤੇ ਜਾਣਾਂਗੇ ਕਿ ਸੱਚਮੁੱਚ ਪ੍ਰਭੂ ਯਿਸੂ ਦੇ ਚੇਲਿਆਂ ਨੇ ਯਿਸੂ ਨਾਮ ਵਿੱਚ ਬਪਤਿਸਮਾ ਦੇ ਕੇ
ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਵੱਲੋਂ ਦਿੱਤੇ ਹੁਕਮ ਦੀ ਤੋੜਿਆ ਹੈ ਜਾਂ ਫਿਰ ਹੁਕਮ ਨੂੰ ਪੂਰਾ ਕੀਤਾ ਹੈ। ਯਾਦ ਰੱਖੋ, ਪ੍ਰਭੂ ਯਿਸੂ ਮਸੀਹ ਨੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਆਖਿਆ ਸੀ ਕਿ ਚੇਲਿਆਂ ਨੂੰ ਸਾਰੇ ਟ੍ਰੇਨਿੰਗ ਦੇ ਤੇ ਬਾਅਦ ਵਿੱਚ ਆਖਿਆ ਸੀ, ਫਿਰ ਆਪਾਂ ਉੱਤੇ ਵੀ ਪੜ੍ਹਿਆ ਹੈ 28:19-20 ਵਿੱਚ ਕਿ ਆਪਣੇ ਚੇਲਿਆਂ ਨੂੰ ਆਖਿਆ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਹੁਕਮ ਤੁਹਾਨੂੰ ਦਿੱਤਾ ਹੈ, ਅਤੇ ਵੇਖੋ ਮੈਂ ਜੋ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ। ਅਤੇ ਉਹਨਾਂ ਨੇ ਚੇਲਿਆਂ ਨੂੰ ਆਖਿਆ ਸੀ ਕਿ ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਹੁੰਦਿਆਂ ਤੁਹਾਨੂੰ ਆਖੀਆਂ ਸੀ, ਭਈ ਜੋ ਕੁਛ ਨਬੀਆਂ ਦੀਆਂ ਪੁਸਤਕਾਂ ਜ਼ਬੂਰਾਂ ਤਰੇਤ ਵਿੱਚ ਲਿਖਿਆ, ਮੇਰੇ ਹੱਕ ਵਿੱਚ ਲਿਖਿਆ, ਸਭ ਕੁਛ ਉਹਨਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਅੱਗੇ ਆਖਦੇ ਨੇ ਕਿ ਅਤੇ ਜਿਹੜਾ ਹੈ ਮਨੁੱਖ ਦਾ ਪੁੱਤਰ ਜਿਹੜਾ ਹੈ ਜਾਂ ਯਿਸੂ ਮਸੀਹ ਜਿਹੜਾ ਹੈ ਉਹ ਪਾਪੀਆਂ ਦੇ ਹੱਥ ਫੜਾਇਆ ਜਾਵੇਗਾ, ਉਸ ਨੂੰ ਮਾਰ ਸੁੱਟਣਗੇ ਔਰ ਉਹ ਫਿਰ ਤੀਏ ਦਿਨ ਜੀ ਉੱਠੇਗਾ। ਅਤੇ ਸੁਣੋ ਧਿਆਨ ਨਾਲ ਜੀ, 46 'ਚ ਲਿਖਿਆ, ਲੂਕਾ 24:46 ਲਿਖਿਆ, ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਉੱਤੇ ਤੋਬਾ ਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਕਿਹਦੇ ਨਾਮ ਉੱਤੇ? ਯਿਸੂ ਦੇ ਨਾਮ ਉੱਤੇ, ਓਕੇ, ਯਿਸੂ ਨਾਮ ਵਿੱਚ। ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ। ਪਿਤਾ ਦੀ ਉਸ ਕਰਾਰ ਦੀ ਉਡੀਕ ਵਿੱਚ ਜਿਹੜਾ ਤੁਸੀਂ ਮੇਰੇ ਤੋਂ ਸੁਣਿਆ ਰਹੋ। ਅਤੇ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਏਗਾ ਤੁਸੀਂ ਸ਼ਕਤੀ ਪਾਓਗੇ ਅਤੇ ਫਿਰ ਤੁਸੀਂ ਮੇਰੇ ਗਵਾਹ ਕਿੱਥੇ ਕਿੱਥੇ ਹੋਵੋਗੇ? ਯਹੂਦੀਆ, ਸਾਰੇ ਸਾਮਰੀਆ ਵਿੱਚ, ਸਗੋਂ ਧਰਤੀ ਦੇ ਬੰਨੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ। ਜੀ ਸਰ, ਇਸ ਲਈ ਜਦ ਪੈਂਟੀਕੋਸਤ ਦੇ ਦਿਨ ਪ੍ਰਭੂ ਯਿਸੂ ਮਸੀਹ ਜਾਂ ਪੈਂਟੀਕੋਸਤ ਦੇ ਦਿਨ ਰਸੂਲਾਂ ਦੇ ਉੱਤੇ ਪਵਿੱਤਰ ਆਤਮਾ ਉਤਰਿਆ ਅਤੇ ਉਹ ਪਵਿੱਤਰ ਆਤਮਾ ਭਰ ਗਏ, ਤਾਂ ਉਹਨਾਂ ਨੇ ਕੀ ਕੀਤਾ ਹੈ? ਜਿਹੜਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਜਿਨ੍ਹਾਂ ਲੋਕਾਂ ਨੇ ਬਚਨ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਬਪਤਿਸਮੇ ਦਿੱਤੇ। ਅਤੇ ਰਸੂਲਾਂ ਦੇ ਹੱਥੀਂ ਬਹੁਤ ਸਾਰੇ ਅਚੰਭੇ ਅਤੇ ਨਿਸ਼ਾਨ ਪ੍ਰਗਟ ਹੋਏ ਅਤੇ ਜਿਹੜੇ ਲੋਕ ਬਚਾਏ ਜਾਂਦੇ ਸਨ, ਪ੍ਰਭੂ ਯਿਸੂ ਜੀ ਉਹਨਾਂ ਨੂੰ ਰੋਜ਼ ਬਰੋਜ਼ ਆਪਣੀ ਚਰਚ ਜਾਂ ਆਪਣੇ ਘਰਾਣੇ ਵਿੱਚ ਰਲਾਉਂਦੇ ਸਨ। ਹੁਣ ਧਿਆਨ ਨਾਲ ਹੁਣ ਯਾਦ ਰੱਖਿਓ ਬੜੇ ਅੱਛੇ ਤਰੀਕੇ ਨਾਲ, ਕਿਉਂਕਿ ਜਿਹੜਾ ਹੈ ਰਸੂਲਾਂ ਦੇ ਕਿਤਾਬ 19:1 ਤੋਂ ਜਿਹੜਾ 18 ਅਤੇ ਰਸੂਲਾਂ ਦੇ ਕਿਤਾਬ 22:1 ਤੋਂ ਜਿਹੜਾ ਹੈ 21 ਤੱਕ ਲਿਖਿਆ ਹੈ। ਕਿਉਂਕਿ ਲਿਖਿਆ ਹੈ ਪੌਲ ਰਸੂਲ ਜੀ ਜਿਹੜੇ ਹੈ ਉਹਨਾਂ ਨੇ ਕੀ ਕੀਤਾ ਹੈ? ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਿਆ ਹੈ ਅਤੇ ਵਿਸ਼ਵਾਸ ਬਚਨ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਪ੍ਰਭੂ ਯਿਸੂ ਦੇ ਹੱਥੋਂ ਪੌਲ ਰਸੂਲ ਦੇ ਹੱਥੋਂ ਜਿਹੜਾ ਹੈ ਬਪਤਿਸਮਾ ਲਿਆ ਹੈ, ਜਿਸ ਦਾ ਸਬੂਤ ਸਾਨੂੰ ਜਿਹੜਾ ਹੈ ਰਸੂਲਾਂ ਦੇ ਕਿਤਾਬ 19:1 ਤੋਂ 6 ਵਿੱਚ ਲਿਖਿਆ ਮਿਲਦਾ ਹੈ ਕਿ ਉਹਨਾਂ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਕਿਉਂਕਿ ਪ੍ਰਭੂ ਯਿਸੂ ਜੀ ਉਹਨਾਂ ਨੂੰ ਆਖਦੇ ਨੇ ਕਿ ਯਹੂਨਾ ਤੋਬਾ ਦੇ ਲਈ ਬਪਤਿਸਮਾ ਦਿੰਦਾ ਅਤੇ ਇਹ ਆਖਦਾ ਸੀ ਕਿ ਜੋ ਮੇਰੇ ਪਿੱਛੇ ਆਉਣ ਵਾਲਾ ਉਸ 'ਤੇ ਤੁਸੀਂ ਨਿਸ਼ਚਾ ਕਰੋ, ਉਸ 'ਤੇ ਵਿਸ਼ਵਾਸ ਕਰੋ, ਅਰਥਾਤ ਯਿਸੂ 'ਤੇ। ਉਹਨਾਂ ਨੇ ਇਹ ਸ਼ਬਦ ਸੁਣ ਕੇ ਕੀ ਹੈ ਅਫਸੀਆਂ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਪੌਲ ਰਸੂਲ ਦੇ ਹੱਥੋਂ ਬਪਤਿਸਮਾ ਲਿਆ। ਸੋ ਪੌਲ ਰਸੂਲ ਨੇ ਆਪ ਵੀ ਯਿਸੂ ਨਾਮ ਵਿੱਚ ਬਪਤਿਸਮਾ ਲਿਆ, ਜਿਵੇਂ ਜੀ ਅਸੀਂ ਰਸੂਲਾਂ ਤੇ ਕਿਤਾਬ 9 ਰਸੂਲਾਂ ਕਿਤਾਬ 9 ਤੋਂ 1 ਤੇ 18 ਅਤੇ ਰਸੂਲਾਂ ਦੇ ਕਿਤਾਬ 22 ਤੋਂ ਖਾਸ ਕਰਕੇ 12 ਤੋਂ 16 ਵਿੱਚ ਪੜ੍ਹੋ ਤਾਂ ਉੱਥੇ ਜਿਹੜਾ ਹੈ ਹਨਨਿਆ ਜਿਹੜਾ ਉਹ ਇਸ ਗੱਲ ਦੇ ਗਵਾਹੀ ਦਿੰਦਾ ਹੈ, ਆਖਦਾ ਹੈ ਪੌਲ ਰਸੂਲ ਗਵਾਹੀ ਦਿੰਦਾ, ਪਰ ਇਹ ਗੱਲਾਂ ਜਿਹੜੀਆਂ ਹਨਨਿਆ ਨੇ ਉਸ ਨੂੰ ਪੌਲ ਰਸੂਲ ਨੂੰ ਆਖੀਆਂ, ਕਿਉਂਕਿ ਜਦੋਂ ਪ੍ਰਭੂ ਯਿਸੂ ਨੇ ਹਨਨਿਆ ਨੂੰ ਕੀ ਹੈ ਪੌਲ ਰਸੂਲ ਦੇ ਕੋਲ ਘੱਲਿਆ ਅਤੇ ਜਾਂ ਉਹ ਪੌਲ ਰਸੂਲ ਉੱਤੇ ਕੋਲ ਆਇਆ ਅਤੇ ਉਸਨੇ ਪੌਲ ਰਸੂਲ ਉੱਤੇ ਹੱਥ ਰੱਖੇ ਅਤੇ ਉਹਨੇ ਉਸਨੂੰ ਆਖਿਆ ਕਿ ਮੈਨੂੰ
ਜਿਹੜਾ ਹੈ ਪ੍ਰਭੂ ਯਿਸੂ ਨੇ ਭੇਜਿਆ, ਜਿਸ ਨੂੰ ਤੂੰ ਜਿਸ ਰਾਹ ਉਸ ਵਿੱਚ ਤੈਨੂੰ ਦਿਖਾਈ ਦਿੱਤੀ ਜਾਂ ਤੂੰ ਉਸ ਨੂੰ ਵੇਖਿਆ, ਉਸਨੇ ਮੈਨੂੰ ਘੱਲਿਆ ਹੈ। ਤੇ ਇਸ ਲਈ ਸਾਡੇ ਵੱਡਿਆਂ ਦੇ ਪਰਮੇਸ਼ਰ ਯਿਸੂ ਮਸੀਹ ਨੇ ਤੈਨੂੰ ਚੁਣਿਆ ਪਈ ਤੂੰ ਉਹਦੇ ਮੂੰਹ ਦੀਆਂ ਗੱਲਾਂ ਸੁਣੇ ਅਤੇ ਉਸ ਧਰਮੀ ਦੇ ਸ਼ਬਦ ਸੁਣੇ। ਓਕੇ, ਇਸ ਲਈ ਤੂੰ ਉਹਦਾ ਨਾਮ ਵੀ ਯਿਸੂ ਨਾਮ ਲੈਂਦੇ ਹੋਏ ਕੀ ਕਰ, ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ। ਸੋ ਪੌਲੁਸ ਗਵਾਹੀ ਦਿੰਦਾ ਹੈ ਕਿ ਮੈਂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਿਆ। ਓਕੇ, ਅਤੇ ਦੂਜਿਆਂ ਨੂੰ ਵੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ। ਇਸ ਲਈ ਸਾਡੇ ਲਈ ਹੁਣ ਸਵਾਲ ਉੱਠਦਾ ਹੈ, ਸਾਡੇ ਸਾਰਿਆਂ ਲਈ, ਕਿ ਜਿਹੜੇ ਸਾਡੇ ਵਿੱਚੋਂ ਜਿਹੜੇ ਲੋਕ ਯਿਸੂ ਨਾਮ ਵਿੱਚ ਬਪਤਿਸਮਾ ਲੈਣ ਜਾਂ ਦੇਣ ਦਾ ਵਿਰੋਧ ਕਰਦੇ ਹਨ, ਅਤੇ ਫਿਰ ਉਹਨਾਂ ਲੋਕਾਂ ਲਈ ਜਿਹੜੇ ਪਵਿੱਤਰ ਬਾਈਬਲ ਦੇ ਪੂਰਨ ਗਿਆਨ ਦੇ ਬਿਨਾਂ ਵੱਖਰੇ ਵੱਖਰੇ 3 ਨਾਵਾਂ ਬਪਤਿਸਮਾ ਦੇਣ ਦੀ ਸਿੱਖਿਆ ਦਿੰਦੇ ਹਨ, ਅਤੇ ਜਿਹੜੇ ਉਹ ਲੋਕ ਜਿਹੜੇ ਯਿਸੂ ਨਾਮ ਵਿੱਚ ਬਪਤਿਸਮਾ ਦੇਣ ਵਾਲਿਆਂ ਨੂੰ ਰਸੂਲਾਂ ਨੂੰ ਦੇਣ ਵਾਲੇ ਰਸੂਲਾਂ ਨੂੰ ਮੀਨ ਪਤਰਸ ਰਸੂਲ, ਯਹੂਨਾ ਰਸੂਲ ਔਰ ਬਾਕੀ ਦੇ ਜਿਹੜੇ ਆ ਸੇਵਕ, ਜਿਵੇਂ ਕਿ ਸਾਮਰੀਆ ਵਿੱਚ ਫਿਲਪਸ ਨੇ ਬਪਤਿਸਮੇ ਦਿੱਤੇ, ਜਾਂ ਹੋਰ ਬਹੁਤ ਸਾਰੇ ਜਿਹੜੇ ਆ ਬਪਤਿਸਮੇ ਦੇਣ ਸਾਡੇ ਅੱਜ ਦੇ ਬਪਤਿਸਮਾ ਯਿਸੂ ਨਾਮ ਵਿੱਚ ਦਿੰਦੇ ਹਨ। ਉਹਨਾਂ ਨੂੰ ਜਿਹੜੇ ਹੈ ਇਹ ਲੋਕ ਉੱਪਰ ਜਿਨ੍ਹਾਂ ਦਾ ਨਾਂ ਲਿਆ, ਕਿਹੜੇ ਆ? ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ ਦਾ ਵਿਰੋਧ ਕਰਦੇ ਨੇ, ਉਹ ਲੋਕਾਂ ਦੀ ਗੱਲ ਹੈ। ਠੀਕ ਹੈ ਜੀ। ਉਹ ਰਸੂਲਾਂ ਨੂੰ ਬਪਤਿਸਮਾ ਉਹ ਕੀ ਕਰਦੇ ਆ ਕਿ ਅੱਜ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੰਦੇ ਜਾਂ ਲੈਂਦੇ ਹਨ, ਉਹਨਾਂ ਨੂੰ ਪਾਪੀ ਠਹਿਰਾਉਂਦੇ ਹਨ। ਕਾਹਦੇ ਤੋਂ? ਪਵਿੱਤਰ ਬਾਈਬਲ ਦੇ ਪੂਰਨ ਗਿਆਨ ਤੋਂ ਬਿਨਾਂ। ਠੀਕ ਹੈ ਜੀ। ਸੋ ਆਓ ਸੋਚੀਏ ਕਿ ਸਾਨੂੰ ਪਵਿੱਤਰ ਬਾਈਬਲ ਰਸੂਲਾਂ ਦੇ ਰਾਹੀਂ ਲਿਖੇ ਵਚਨਾਂ ਦਾ ਪ੍ਰਚਾਰ ਕਰਨ ਅਤੇ ਆਪ ਇਹ ਧਿਆਨ ਨਾਲ ਦੇਖਣਾ। ਸੋ ਆਓ ਸੋਚੀਏ ਕਿ ਸਾਨੂੰ ਪਵਿੱਤਰ ਬਾਈਬਲ ਵਿੱਚ ਰਸੂਲਾਂ ਦੇ ਰਾਹੀਂ ਲਿਖੇ ਪਵਿੱਤਰ ਵਚਨਾਂ ਨੂੰ ਪ੍ਰਚਾਰ ਕਰਨ ਅਤੇ ਆਪਣੇ ਆਪ ਨੂੰ, ਜਿਹੜੇ ਇਹ ਲੋਕ ਇੱਦਾਂ ਦੇ ਆ, ਉਹਨਾਂ ਨੂੰ ਪਰਮੇਸ਼ਰ ਦੇ ਘਰਾਣੇ ਦੇ ਅਤੇ ਰਸੂਲਾਂ ਅਤੇ ਨਬੀਆਂ ਦੇ ਨੀਂਹ ਉੱਤੇ ਬਣੇ ਹੋਏ, ਜਿਸ ਦੇ ਖੂੰਜੇ ਦਾ ਪੱਥਰ ਆਪ ਯਿਸੂ ਮਸੀਹ ਹੈ। ਪਵਿੱਤਰ ਬਾਈਬਲ ਦੇ ਅਨੁਸਾਰ ਸਾਨੂੰ ਕੀ ਹੱਕ ਹੈ ਕਿ ਉਹਨਾਂ ਰਸੂਲਾਂ ਅਤੇ ਨਬੀਆਂ ਦੇ ਜਿਹੜੇ ਹੈ ਕੀ ਕਰੀਏ? ਬਚਨ ਸੁਣਾਈਏ ਅਤੇ ਆਪਣੇ ਆਪ ਨੂੰ ਨਬੀਆਂ ਅਤੇ ਰਸੂਲਾਂ ਦੇ ਨੀਂਹ ਉੱਤੇ ਬਣੇ ਹੋਏ ਦੱਸੀਏ, ਜਿਹਦੇ ਖੂੰਜੇ ਦਾ ਪੱਥਰ ਆਪ ਯਿਸੂ ਮਸੀਹ ਹੈ। ਇਸ ਲਈ ਧਿਆਨ ਰੱਖੋ, ਇਹ ਜਿਹੜੇ ਲੋਕ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਇਹ ਲੋਕ ਜਿਹੜੇ ਹੈ ਪ੍ਰਭੂ ਯਿਸੂ ਦੇ ਗਿਆਨ ਦੇ ਬਿਨਾਂ ਕੀ ਕਰਦੇ ਹੈ? ਆਖਦੇ ਹਨ ਕਿ ਇਹ ਜਿਹੜੀ ਰੀਤੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦੇਣ ਦੀ ਕੀ ਆ, ਬ੍ਰਹਨਮ ਜਿਹੜਾ ਹੈ ਇੱਕ ਨਾਮ ਦਾ ਪੁਰਸ਼ਾ ਉਸਨੇ ਚਲਾਈ ਹੈ, ਅਤੇ ਇਹ ਜਿਹੜੀ ਰੀਤੀ ਹੈ ਇਹ ਜਿਹੜਾ ਓਨਲੀ ਜੀਸਸ ਦੀ ਮਿਸ਼ਨ ਵਾਲਿਆਂ ਨੇ ਜਿਹੜੀ ਹੈ ਚਲਾਈ ਹੈ। ਪਰ ਯਾਦ ਰੱਖੋ, ਇਹ ਤਾਂ ਪ੍ਰਭੂ ਯਿਸੂ ਮਸੀਹ ਦਾ ਹੁਕਮ ਹੈ, ਇਹ ਉਹਨਾਂ ਦੀ ਚਲਾਈ ਹੋਈ ਨਹੀਂ ਹੈ। ਇਹ ਤਾਂ ਰਸੂਲਾਂ ਨੇ ਪ੍ਰਭੂ ਯਿਸੂ ਜੀ ਦੇ ਹੁਕਮ ਦੇ ਅਨੁਸਾਰ ਜਿਹੜਾ ਹੈ ਪੈਂਟੀਕੋਸਟ ਦੇ ਦਿਨ ਜਦੋਂ ਪਰਮੇਸ਼ਰ ਜੀ ਜਾਂ ਪਵਿੱਤਰ ਆਤਮਾ ਜੀ ਉਹਨਾਂ 'ਤੇ ਉਤਰੇ, ਤਾਂ ਉਹਨਾਂ ਨੇ ਰਸੂਲਾਂ ਦੇ ਰਾਹੀਂ ਮਸੀਹ ਯਿਸੂ ਨੇ ਜਿਹੜਾ ਜਾਂ ਪਵਿੱਤਰ ਆਤਮਾ ਨੇ ਇਹ ਗੱਲ ਆਖੀ ਕਿ ਜਿਹੜਾ ਹੈ ਜੋ ਕੋਈ ਪ੍ਰਭੂ ਤੋਬਾ ਕਰੋ ਅਤੇ ਪ੍ਰਭੂ ਯਿਸੂ ਆਪਣੇ ਪਾਪਾਂ ਲਈ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਵੋ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਇਹ ਕਰਾ ਤੁਹਾਡੇ ਬੱਚਿਆਂ ਅਤੇ ਉਹਨਾਂ ਨਾਲ ਜਿੰਨੇ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਲਈ ਚੁਣੇ ਜਾਂ ਆਪਣੇ ਲਈ ਬੁਲਾਵੇ। ਸੋ ਇਸ ਲਈ ਯਾਦ ਰੱਖੋ, ਇਹ ਨਾ ਤਾਂ ਜਿਹੜਾ ਹੈ ਬ੍ਰਹਨਮ ਨਾਮ ਦੇ ਪੁਰਸ਼ ਦੀ ਚਲਾਈ ਹੋਈ ਵਿਧੀ ਹੈ, ਨਾ ਹੀ ਓਨਲੀ ਜੀਸਸ ਦੇ ਮਿਸ਼ਨ ਦੇ ਲੋਕਾਂ ਦੀ ਹੈ, ਪਰ ਇਹ ਜਿਹੜੀ ਵਿਧੀ ਤਾਂ ਜਿਹੜੀ ਹੈ
ਯਿਸੂ ਮਸੀਹ ਦੇ ਹੁਕਮ ਮੁਤਾਬਕ ਰਸੂਲਾਂ ਨੇ ਪੈਂਟੀਕੋਸਟ ਦੇ ਦਿਨ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦੇ ਕੇ ਜਿਹੜਾ ਹੈ ਇਸ ਹੁਕਮ ਨੂੰ ਪੂਰਾ ਕੀਤਾ ਹੈ। ਸੋ ਆਓ ਭੁਲੇਖੇ ਵਿੱਚ ਨਾ ਰਹੀਏ। ਸੋ ਆਓ ਅਸੀਂ ਐਵੇਂ ਹੀ ਦੂਸਰਿਆਂ ਦੇ ਜਾਂ ਬ੍ਰਹਨਮ ਦੀ ਸਿਖਾਈ ਹੋਈ ਵਿਧੀ ਜਾਂ ਓਨਲੀ ਜੀਸਸ ਵਾਲਿਆਂ ਦੀ ਮਿਸ਼ਨ ਦੀ ਵਿਧੀ ਨਾ ਆਖੀਏ, ਸਗੋਂ ਇਹ ਵਿਧੀ ਤਾਂ ਸਾਡੇ ਪਰਮੇਸ਼ਰ ਪਿਤਾ ਯਿਸੂ ਮਸੀਹ ਵੱਲੋਂ ਜਿਹੜੀ ਦਿੱਤੀ ਗਈ ਵਿਧੀ ਹੈ। ਇਸ ਲਈ ਸਾਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹੈ। ਗਿਆਨ ਦੇ ਬਿਨਾਂ ਪੂਰੇ ਗਿਆਨ ਪਵਿੱਤਰ ਬਾਈਬਲ ਦੇ ਪੂਰੇ ਗਿਆਨ ਦੇ ਬਿਨਾਂ ਜਿਹੜਾ ਵਿਰੋਧਤਾ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਧਿਆਨ ਨਾਲ ਆਓ ਅਸੀਂ ਪਵਿੱਤਰ ਬਾਈਬਲ ਦੇ ਬੱਚਿਆਂ ਨੂੰ ਧਿਆਨ ਨਾਲ ਪੜ੍ਹੀਏ ਅਤੇ ਸਮਝੀਏ ਅਤੇ ਇਸ ਵਚਨਾਂ ਨੂੰ ਅਸੀਂ ਪੂਰਾ ਕਰੀਏ। ਆਮੀਨ। ਪ੍ਰਭੂ ਯਿਸੂ ਤੁਹਾਡੇ ਨਾਲ ਹੋਣ। ਇਹਨਾਂ ਵਚਨਾਂ ਨੂੰ ਧਿਆਨ ਨਾਲ ਫਿਰ ਬਾਈਬਲ ਵਿੱਚੋਂ ਚੈੱਕ ਕਰੋ ਅਤੇ ਜੋ ਕੋਈ ਵਚਨ ਜੋ ਮੈਂ ਬੋਲਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਦੇ ਵਚਨ ਉਹ ਬਾਈਬਲ ਦੇ ਵਿੱਚੋਂ ਨਹੀਂ ਹਨ ਅਤੇ ਨਾ ਹੀ ਬਾਈਬਲ ਦੇ ਅਨੁਸਾਰ ਹਨ, ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕਿਉਂਕਿ ਬਹੁਤੇ ਲੋਕ ਮੈਨੂੰ ਵੀ ਹੀ ਓਨਲੀ ਜੀਸਸ ਮਿਸ਼ਨ, ਮੈਂ ਹੈ ਓਨਲੀ ਜੀਸਸ ਦਾ ਹੀ ਹਾਂ, ਮੈਂ ਸਿਰਫ ਪ੍ਰਭੂ ਯਿਸੂ ਜੀ ਦਾ ਹੀ ਹਾਂ, ਮੈਂ ਉਹਦੇ ਹੁਕਮਾਂ ਨੂੰ ਮੰਨਦਾ, ਪਰ ਮੈਂ ਕਿਸੇ ਮਿਸ਼ਨ ਦਾ ਕਾਇਲ ਨਹੀਂ ਹਾਂ, ਮੈਂ ਕਿਸੇ ਮਿਸ਼ਨ ਦਾ ਕਾਇਲ ਨਹੀਂ ਹਾਂ। ਓਕੇ, ਇਸ ਲਈ ਬਾਈਬਲ 'ਚ ਲਿਖਿਆ ਹੈ ਕਿ ਤੁਸੀਂ ਤਾਂ ਖੂਨ ਨਾਲ ਮੁੱਲ ਲਏ ਹੋਏ ਹੋ, ਇਸ ਲਈ ਮਨੁੱਖਾਂ ਜਾਂ ਮਿਸ਼ਨ ਦੇ ਗੁਲਾਮ ਨਾ ਬਣੋ। ਆਮੀਨ। ਥੈਂਕ ਯੂ। ਪ੍ਰਭੂ ਯਿਸੂ ਜੀ ਤੁਹਾਨੂੰ ਬਰਕਤ ਦੇਣ। ਮੇਰਾ ਫਰਜ਼ ਸੀ ਮੈਂ ਤੁਹਾਨੂੰ ਇਹ ਵਚਨ ਪਵਿੱਤਰ ਬਾਈਬਲ ਵਿੱਚੋਂ ਸੁਣਾਏ ਹਨ। ਹੁਣ ਤੁਹਾਡੀ ਮਰਜ਼ੀ ਹੈ ਇਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ, ਪਰ ਬਾਈਬਲ ਵਿੱਚੋਂ ਚੈੱਕ ਕਰ ਲੈਣਾ। ਮੇਰੇ ਨਾਲ ਘਬਰਾਉਣ ਦੀ ਲੋੜ ਨਹੀਂ, ਬਲਕਿ ਪਵਿੱਤਰ ਬਾਈਬਲ ਪੜ੍ਹੋ, ਉਸ ਵਿੱਚ ਲਿਖਿਆ ਹੈ। ਉਸਨੇ ਹੀ ਪ੍ਰਭੂ ਯਿਸੂ ਜੀ ਦੇ ਚੇਲਿਆਂ ਨੇ ਜਿਨ੍ਹਾਂ ਨੂੰ ਉਸਨੇ ਚੁਣਿਆ ਸੀ, ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦੇ ਕੇ ਪੂਰਾ ਕੀਤਾ ਹੈ। ਆਮੀਨ, ਆਮੀਨ।